ਹੈਲੋ एवरीवन ਵੈਲਕਮ ਟੂ ਬਲਵਿੰਦਰ ਲਾਈਵ YouTube ਚੈਨਲ। ਅੱਜ ਅਸੀਂ ਡਿਸਕਸ ਕਰਾਂਗੇ 13 ਮਈ 2023 ਨੂੰ ਜਿਹੜਾ ਪੇਪਰ ਹੁਣੇ ਹੋਇਆ ਉਹਦੇ ਬਾਰੇ। ਉਹਦੇ ਵਿੱਚ ਜਿੰਨੇ ਵੀ ਮੈਥ ਰੀਜ਼ਨਿੰਗ ਦੇ ਕੁਐਸਚਨ ਸੀ ਪੰਜਾਬ ਦੇ ਪੇਪਰ ਵਿੱਚ ਉਹਦੇ ਸਾਰਾ ਮੈਂ ਐਨਾਲਿਸਿਸ ਕਰਨ ਵਾਲਾ। ਤਾਂ ਉਹਨੂੰ ਪ੍ਰੋਪਰਲੀ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਕਿਹੜੇ ਆਨਸਰ ਸਹੀ ਸੀ ਕਿਹੜੇ ਗਲਤ ਸੀ ਜਾਂ ਫਿਰ ਕਿਸ ਕੁਐਸਚਨ ਨੂੰ ਆਪਾਂ ਕਿੱਦਾਂ ਟਰਾਈ ਕਰ ਸਕਦੇ ਹਾਂ। ਇਹ ਪੇਪਰ ਹੈਗਾ PSSB ਦਾ, PSSB ਦਾ ਰੈਸਟੋਰੇਟਡ ਐਂਡ ਲੈਬ ਅਸਿਸਟੈਂਟ ਦਾ, ਜਿਹਦੇ ਵਿੱਚ ਪ੍ਰੋਪਰਲੀ ਮੈਥ ਰੀਜ਼ਨਿੰਗ ਦੇ ਟੋਟਲ 25 ਕੁਐਸਚਨ ਆਏ ਸੀ। ਉਹਨਾਂ ਨੂੰ ਆਪਾਂ ਕੰਪਲੀਟਲੀ ਇੱਥੇ ਡਿਸਕਸ ਕਰਾਂਗੇ। अगर तुसी किसी होर पेपर ਲਈ ਤਿਆਰੀ ਕਰ ਰਹੇ ਹੋ CDS FCAT ਜਾਂ ਫਿਰ SSC ਜਾਂ ਫਿਰ ਕੋਈ ਸਟੇਟ ਪੰਜਾਬ ਦਾ ਐਗਜ਼ਾਮ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਫਿਰਦੌਸੀ ਬੈਚ ਨੂੰ ਫੋਲੋ ਕਰ ਸਕਦੇ ਹੋ। ਫਿਰਦੌਸੀ ਬੈਚ ਵਿੱਚ ਤੁਹਾਨੂੰ ਬਿਲਕੁਲ ਬੇਸਿਕ ਟੂ ਹਾਈ ਲੈਵਲ A to Z ਬਿਲਕੁਲ ਇੱਥੇ ਪ੍ਰੋਪਰ ਤੁਹਾਨੂੰ ਸਾਰੇ ਦਾ ਸਾਰਾ ਅਰਥਮੈਟਿਕ ਪੜਾਇਆ ਹੋਇਆ। ਪ੍ਰੋਪਰ ਪਰਸੈਂਟੇਜ ਦੇ ਬੇਸਿਕ ਹਾਈ ਲੈਵਲ ਕੁਐਸਚਨ, ਫਿਰ ਰੇਸ਼ੋ ਪ੍ਰੋਪੋਰਸ਼ਨ ਦੇ ਬੇਸਿਕ ਹਾਈ ਲੈਵਲ ਕੁਐਸਚਨ, ਸਾਰਾ ਕੁਝ ਇਹਦੇ ਵਿੱਚ ਚੈਪਟਰ ਵਾਈਜ਼ ਐਡ ਹੈ, ਜਾ ਕੇ ਤੁਸੀਂ ਚੈੱਕ ਆਊਟ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਹਾਨੂੰ ਪ੍ਰੋਪਰਲੀ ਮੈਂ ਇਸ YouTube ਚੈਨਲ ਦਾ ਅਗਰ ਮੈਂ ਬੋਲਾਂ ਕਿ ਇਹਦਾ ਪ੍ਰੋਪਰਲੀ ਬੈਨੀਫਿਟ ਤੁਹਾਨੂੰ ਕਿੱਦਾਂ ਮਿਲੂਗਾ, ਤੁਸੀਂ ਸਾਰੇ ਜਿੰਨੇ ਵੀ ਸਟੂਡੈਂਟ ਇਹਨੂੰ ਦੇਖ ਰਹੇ ਹੋ 2 ਮਿੰਟ ਲਵੋ, 2 ਮਿੰਟ ਲੈ ਕੇ ਸਾਰੀ ਦੀ ਸਾਰੀ ਪਲੇਲਿਸਟ ਚੈੱਕ ਕਰ ਲਓ। ਟ੍ਰਿਗਨੋਮੈਟਰੀ, ਅਲਜੈਬਰਾ, SSC ਦੇ लिए ਜਾਂ ਫਿਰ ਟੈਰੀਟੋਰੀਅਲ ਆਰਮੀ ਲਈ ਇਦਾਂ ਕਾਫੀ ਪੇਪਰ ਤੁਹਾਨੂੰ ਮਿਲ ਜਾਣਗੇ। ਨਾਲ ਦੀ ਨਾਲ CSET ਦੇ ਪ੍ਰੀਵੀਅਸ ਈਅਰ ਕੁਐਸਚਨ ਮਿਲ ਜਾਣਗੇ, ਪੰਜਾਬ ਪੇਪਰ ਦੇ ਪ੍ਰੀਵੀਅਸ ਈਅਰ ਕੁਐਸਚਨ ਮਿਲ ਜਾਣਗੇ। ਕਾਫੀ ਤੁਹਾਨੂੰ ਇੱਥੇ ਸੈਸ਼ਨ ਅਵੇਲੇਬਲ ਹੈ। ਲਗਭਗ ਲਾਸਟ 20 ਸਾਲਾਂ ਦੇ ਕੁਐਸਚਨ ਆਨਸਰ ਮੈਂ ਇੱਥੇ ਪ੍ਰੋਵਾਈਡ ਕਰਵਾਏ ਨੇ UPSC ਰਿਲੇਟਡ। ਤੁਹਾਨੂੰ ਕਾਫੀ ਜ਼ਿਆਦਾ ਉਹਦਾ ਬੈਨੀਫਿਟ ਮਿਲ ਸਕਦਾ। ਤਾਂ ਪ੍ਰੋਪਰਲੀ 2 ਮਿੰਟ ਲੈ ਕੇ ਜਰੂਰ ਪਲੇਲਿਸਟ ਨੂੰ ਚੈੱਕ ਕਰ ਲਓ ਤਾਂ ਕਿ ਫਿਊਚਰ 'ਚ ਇਹਦਾ ਤੁਹਾਨੂੰ ਪ੍ਰੋਪਰਲੀ ਬੈਨੀਫਿਟ ਮਿਲ ਸਕੇ। ਇੱਕ ਟੈਲੀਗ੍ਰਾਮ ਚੈਨਲ ਹੈ, ਤਾਂ ਲਿੰਕ ਡਿਸਕ੍ਰਿਪਸ਼ਨ ਬਾਕਸ 'ਚ ਐਡ ਆ, ਉੱਥੋਂ ਜਾ ਕੇ ਚੈੱਕ ਕਰ ਸਕਦੇ ਹੋ। ਮੇਰੀ ਡੇਲੀ ਫ੍ਰੀ ਕਲਾਸਾਂ ਹੁੰਦੀਆਂ, ਉੱਥੇ ਇਹਦਾ ਤੁਹਾਨੂੰ ਮਿਲ ਜੂਗਾ ਬੈਨੀਫਿਟ। ਤਾਂ ਕਿ ਟੈਲੀਗ੍ਰਾਮ ਜੁਆਇਨ ਹੋਊਗਾ ਤਾਂ ਮੇਰਾ ਮੈਸੇਜ ਆਊਗਾ ਉੱਥੇ, ਪ੍ਰੋਪਰਲੀ ਤੁਸੀਂ ਉਹ ਟਾਈਮ ਤੇ ਉਹਨੂੰ ਵੀਡੀਓ ਨੂੰ ਪ੍ਰੋਪਰਲੀ ਲਗਾ ਸਕਦੇ ਹੋ ਲਾਈਵ ਡਿਸਕਸ਼ਨ ਵਿੱਚ, ਤਾਂ ਕਿ ਜਿਹੜਾ ਵੀ ਮੈਥ ਰੀਜ਼ਨਿੰਗ ਦਾ ਕੁਐਸਚਨ ਤੁਹਾਡਾ ਹੁੰਦਾ ਜਾਂ ਫਿਰ ਤੁਸੀਂ ਕੋਈ ਟੌਪਿਕ ਸਿੱਖਣਾ ਉੱਥੇ ਲਾਈਵ ਆ ਕੇ ਸਿੱਖ ਸਕਦੇ ਹੋ। ਠੀਕ ਹੈ, ਸਟਾਰਟ ਕਰਦੇ ਹਾਂ ਅੱਜ ਦੇ ਸੈਸ਼ਨ ਦਾ ਪਹਿਲਾ ਕੁਐਸਚਨ ਇੱਥੋਂ 76 ਨੰਬਰ ਤੋਂ ਸ਼ੁਰੂ ਹੋਊਗਾ ਆਪਣੇ ਕੋਲ। ਫਿਲਿੰਗ ਦਾ ਸੀਰੀਜ਼ ਤੋਂ ਆਪ ਤੁਹਾਡੇ ਕੋਲ ਇੱਥੇ ਫਿਲਿੰਗ ਦਾ ਸੀਰੀਜ਼ ਪੁੱਛਿਆ ਗਿਆ ਪ੍ਰੋਪਰਲੀ। ਤਾਂ ਪਹਿਲਾ ਨੰਬਰ ਹੈਗਾ 2, ਫਿਰ ਹੈਗਾ 3, ਫਿਰ ਹੈਗਾ 5, ਫਿਰ ਹੈਗਾ 7, ਫਿਰ ਹੈਗਾ 11। ਤਾਂ 11 ਨੰਬਰ ਕੀ ਹੋਊਗਾ, ਫਿਰ ਹੈਗਾ 17। ਤਾਂ ਸਿੰਪਲ ਜਿਹਾ ਗੱਲ ਆ ਕਿ ਇਹ ਤੁਹਾਨੂੰ ਪ੍ਰਾਈਮ ਨੰਬਰ ਦਿਖ ਰਿਹਾ 2, 3, 5, 7, 11 ਤੇ ਇਸ ਤੋਂ ਅੱਗੇ ਵਾਲਾ ਨੰਬਰ ਪ੍ਰਾਈਮ ਨੰਬਰ 13 ਹੋਊਗਾ। ਤੇ ਇਹਦਾ ਮਤਲਬ A ਆਪਸ਼ਨ ਬਿਲਕੁਲ ਸਹੀ ਹੋਣਾ ਚਾਹੀਦਾ। ਇਹਦਾ ਸਿੰਪਲ ਜਿਹਾ ਧਿਆਨ ਰੱਖਣਾ, ਪ੍ਰਾਈਮ ਨੰਬਰ ਉਹ ਹੁੰਦਾ ਜਿਹੜਾ ਆਪਣੇ ਆਪ ਨਾਲ ਡਿਵਾਈਡ ਹੋ ਜੇ। ਅਗਰ ਪ੍ਰਾਈਮ ਨੰਬਰ ਦਾ ਲੌਜਿਕ ਨਾ ਹੁੰਦਾ ਫਿਰ ਆਪਾਂ ਇਹਨਾਂ ਵਿੱਚ ਗੈਪ ਦਾ ਲੌਜਿਕ ਜਾਂ ਫਿਰ ਕੋਈ ਹੋਰ ਲੌਜਿਕ ਲੱਭਦੇ। ਇੱਥੇ ਸਿੱਧਾ ਦਿਖ ਰਿਹਾ ਪ੍ਰਾਈਮ ਨੰਬਰ ਆ, ਤਾਂ ਆਨਸਰ ਆਪਸ਼ਨ ਨੰਬਰ A ਹੋਊਗਾ। 77 ਨੰਬਰ ਕੁਐਸਚਨ ਦੇ ਵਿੱਚ ਸਿੰਪਲ ਲਿਖਿਆ ਹੋਇਆ ਚੂਜ਼ ਦਾ ਔਡ ਵਨ। ਔਡ ਵਨ ਮਤਲਬ ਚਾਰਾਂ ਚੋਂ ਅਲੱਗ ਦੱਸਣਾ। ਜਿਵੇਂ ਅਫਰੀਕਨ ਕੰਟਰੀ ਹੁੰਦੀਆਂ ਨੇ, ਯੂਰੋਪੀਅਨ ਕੰਟਰੀ ਹੁੰਦੀਆਂ ਨੇ, ਏਸ਼ੀਅਨ ਕੰਟਰੀ ਹੁੰਦੀਆਂ ਨੇ, ਬਟ ਐਦਾਂ ਕੋਈ ਕੈਨੇਡੀਅਨ ਕੰਟਰੀ ਨਹੀਂ ਹੁੰਦੀ। ਕੈਨੇਡਾ ਖੁਦ ਇੱਕ ਕੰਟਰੀ ਆ, ਤਾਂ ਆਪਸ਼ਨ ਨੰਬਰ D ਇਹਦਾ ਔਡ ਵਨ ਹੋਊਗਾ। ਕੁਐਸਚਨ ਨੰਬਰ ਸੈਕਿੰਡ ਦੇ ਉੱਤੇ ਚੱਲਦੇ ਆ, ਥਰਡ ਦੇ ਉੱਪਰ। ਥਰਡ ਕੁਐਸਚਨ ਦੇ ਵਿੱਚ ਲਿਖਿਆ ਹੋਇਆ ਤੁਹਾਡੇ ਕੋਲ ਇੱਥੇ ਕਾਫੀ ਹੈਂਡ ਐਂਡ ਕਾਊਂਟ ਨਾਲ ਫੇਮਸ ਕੁਐਸਚਨ ਆ। ਠੀਕ ਹੈ, ਮੇਰੇ ਖਿਆਲ ਨਾਲ ਸਾਰਿਆਂ ਨੂੰ ਇਹਦੇ ਸ਼ਾਰਟਕਟ ਵਗੈਰਾ ਆਉਂਦੇ ਹੋਣਗੇ, ਬਟ ਆਪਾਂ ਇਹਦਾ ਸੋਲੂਸ਼ਨ ਬੇਸਿਕ ਨਾਲ ਵੀ ਡਿਸਕਸ ਕਰ ਲੈਂਦੇ ਆ। ਹੁਣ ਜਿਹੜੇ ਇੱਥੇ ਡੀਅਰ ਹੈਗੇ ਉਹਨੂੰ ਆਪਾਂ X ਮੰਨ ਲੈਂਦੇ ਆ, ਪੀਕੌਕ ਨੂੰ ਆਪਾਂ ਇੱਥੇ Y ਮੰਨ ਲੈਂਦੇ ਆ। ਤਾਂ ਉਹਨਾਂ ਨੇ ਲਿਖਿਆ ਹੋਇਆ ਕਿ ਜਦੋਂ ਮੈਂ ਹੈਡ ਕਾਊਂਟ ਕੀਤਾ, ਮਤਲਬ X + Y ਨੂੰ ਕਾਊਂਟ ਕੀਤਾ, ਤਾਂ ਮੇਰੇ ਕੋਲ ਟੋਟਲ 80 ਆ ਰਿਹਾ। ਜਦੋਂ ਉਹਨਾਂ ਦੇ ਆਪਾਂ ਇੱਥੇ ਲੈਗ ਕਾਊਂਟ ਕੀਤੀਆਂ ਤਾਂ 200 ਆ ਰਿਹਾ। ਹੁਣ ਸਾਰਿਆਂ ਨੂੰ ਪਤਾ ਡੀਅਰ ਦੀ ਲੈਗ ਕਿੰਨੀ ਹੁੰਦੀ ਆ 4, ਤਾਂ 4 × X ਕਰਾਂਗੇ ਤਾਂ ਡੀਅਰ ਦੀ ਲੈਗ ਹੋ ਜੂਗੀ। ਫਿਰ ਪੀਕੌਕ ਦੀ ਲੈਗ ਕਿੰਨੀ ਹੁੰਦੀਆਂ ਨੇ ਇੱਥੇ 2, ਤਾਂ 2 × ਆਪਾਂ Y ਲਿਖਾਂਗੇ ਤਾਂ ਆਪਣੇ ਕੋਲ ਇਹਦੀਆਂ ਲੈਗਸ ਆ ਜਾਣਗੀਆਂ। ਤਾਂ ਦੋਨਾਂ ਦੀਆਂ ਲੈਗਸ ਹੈ ਕਿੰਨੀਆਂ ਟੋਟਲ 200। ਕਲੀਅਰ। ਸੋ ਅਗਰ ਆਪਣੇ ਕੋਲੇ 200 ਆ ਤਾਂ ਆਪਾਂ ਇਹਨੂੰ 2 ਨਾਲ ਡਿਵਾਈਡ ਕਰ ਲਓ ਜਾਂ ਫਿਰ ਉੱਪਰ ਵਾਲੇ ਨੂੰ 2 ਨਾਲ ਮਲਟੀਪਲਾਈ ਕਰ ਲਓ। ਅਗਰ ਮੈਂ ਉੱਪਰ ਵਾਲੇ ਨੂੰ ਇੱਥੇ 2 ਨਾਲ ਮਲਟੀਪਲਾਈ ਕਰ ਲਵਾਂ ਤਾਂ ਇਹ ਡਾਟਾ ਹੋ ਜਾਊਗਾ ਮੇਰੇ ਕੋਲੇ ਇੱਥੇ 2x + 2y = 160। ਐਂਡ ਇਹਨੂੰ ਆਪਾਂ ਮਲਟੀਪਲਾਈ ਕਰਨ ਦੀ ਲੋੜ ਨਹੀਂ ਹੈ, ਆਪਣੇ ਕੋਲੇ ਇੱਦਾਂ ਹੀ ਰਹਿਣ ਦਿੰਦੇ ਆ। ਇੱਦਾਂ ਮੈਂ ਕਿਉਂ ਕੀਤਾ, ਕਿਉਂਕਿ ਇੱਥੇ ਆਪਾਂ y ਨੂੰ ਸੇਮ ਕਰ ਲਿਆ। y ਨੂੰ ਸੇਮ ਕਰਾਂਗੇ ਤਾਂ ਸੈਕਿੰਡ ਵਿੱਚੋਂ ਫਸਟ ਨੂੰ ਮਾਈਨਸ ਕਰੋ। ਸੈਕਿੰਡ ਵਿੱਚੋਂ ਜਦੋਂ ਤੁਸੀਂ ਫਸਟ ਨੂੰ ਮਾਈਨਸ ਕਰੋਗੇ 2y ਨਾਲ 2y ਕੱਟ ਜੂਗਾ। 4x ਤੋਂ 2x ਮਾਈਨਸ ਕਰਾਂਗੇ 2x, ਇਹਨਾਂ ਨੂੰ ਮਾਈਨਸ ਕਰਾਂਗੇ ਤੇ ਆ ਜਾਊਗਾ ਆਪਣੇ ਕੋਲ 40। ਤਾਂ ਇੱਥੇ ਆਪਣੇ ਕੋਲੇ x ਦੀ ਵੈਲਿਊ ਨਿਕਲ ਕੇ ਆਊਗੀ ਇੱਥੇ 20। ਤਾਂ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਇਹਦਾ B ਆਨਸਰ ਮਾਰਕ ਕਰ ਦੇਣਾ, ਧਿਆਨ ਨਾਲ ਸਮਝਣਾ ਪੈਣਾ। ਜੋ ਡੀਅਰ ਸੀ ਉਹ ਆਪਾਂ X ਮੰਨੇ ਸੀਗੇ, ਤੇ ਜਿਹੜੇ ਪੀਕੌਕ ਨੇ ਆਪਾਂ Y ਮੰਨੇ ਸੀ। ਤਾਂ ਡੀਅਰ ਦੀ ਵੈਲਿਊ ਆਪਣੇ ਕੋਲੇ 20 ਆ ਚੁੱਕੀ ਆ। ਉਹਨੇ ਪੁੱਛਿਆ ਕੀ ਦਿਆ ਹੋਇਆ, ਉਹਨੇ ਪੁੱਛਿਆ ਪੀਕੌਕ ਦੀ ਵੈਲਿਊ ਪੁੱਛਿਆ ਹੋਇਆ। ਤਾਂ ਟੋਟਲ ਇਹਨਾਂ ਦੀ ਵੈਲਿਊ ਕਿੰਨੀ ਹੈਗੀ ਆਪਣੇ ਕੋਲ 80। ਅਗਰ ਟੋਟਲ ਵੈਲਿਊ 80 ਹੈ, ਇਹਦੀ ਵੈਲਿਊ B ਹੋਵੇ ਤਾਂ Y ਦੀ ਵੈਲਿਊ ਆਪਣੇ ਕੋਲੇ 60 ਆਊਗੀ, ਤਾਂ ਹੀ 80 ਹੋਊਗਾ। ਤਾਂ ਇਹਦਾ ਮਤਲਬ ਆਪਸ਼ਨ ਨੰਬਰ A ਇਹਦਾ ਬਿਲਕੁਲ ਸਹੀ ਹੋਊਗਾ। ਕਲੀਅਰ। ਇਸੇ ਕੁਐਸਚਨ ਨੂੰ ਮਿਕਸਚਰ ਐਲੀਗੇਸ਼ਨ ਨਾਲ ਵੀ ਕਰ ਸਕਦੇ ਆ। ਇਸੇ ਕੁਐਸਚਨ ਦੇ ਹੋਰ ਵੀ ਸ਼ਾਰਟਕਟ ਨੇ। ਸ਼ਾਰਟਕਟ ਵਿੱਚ ਆਪਾਂ ਇਹ ਚੈੱਕ ਕਰ ਸਕਦੇ ਆ ਕਿ ਜਿਹੜਾ ਆਪਣੇ ਕੋਲੇ ਇੱਥੇ ਹਿਰਨ ਹੈਗਾ ਤੇ ਮੋਰ ਆ। ਹਿਰਨ ਦੀ ਆਪਾਂ ਨੂੰ ਪਤਾ ਕਿ ਟੋਟਲ ਆਪਣੇ ਕੋਲੇ ਕਿੰਨੀਆਂ ਲੈਗਸ ਹੁੰਦੀਆਂ ਨੇ, 4 ਲੈਗ ਹੁੰਦੀਆਂ। ਮੋਰ ਦੀਆਂ ਆਪਣੇ ਕੋਲੇ ਕਿੰਨੀਆਂ ਹੁੰਦੀਆਂ ਨੇ, 2 ਲੈਗ ਹੁੰਦੀਆਂ ਨੇ। ਆਪਣੇ ਕੋਲੇ ਕਿਹਦੇ ਬਾਰੇ ਪੁੱਛਿਆ ਗਿਆ, ਮੋਰ ਬਾਰੇ ਪੁੱਛਿਆ ਗਿਆ। ਤਾਂ ਮੋਰ ਨੂੰ ਛੱਡ ਕੇ ਜਿਹੜਾ ਹਿਰਨ ਹੈਗਾ ਉਹਨੂੰ ਆਪਾਂ ਸਿੱਧਾ ਮਲਟੀਪਲਾਈ ਕਰ ਲੈਂਦੇ ਆ 80 ਨਾਲ। ਇਹਦਾ ਆਪਾਂ ਇਹ ਮੰਨਿਆ ਕਿ ਸਾਰੇ ਦੇ ਸਾਰੇ ਆਪਣੇ ਕੋਲੇ ਇੱਥੇ ਹਿਰਨ ਹੀ ਹੋਣ। ਮੋਰ ਨੂੰ ਆਪਾਂ 0 ਮੰਨ ਰਹੇ ਆ। ਅਗਰ 0 ਮੰਨ ਲਿਆ ਤਾਂ ਆਪਣੇ ਕੋਲੇ ਲੈਗਸ ਕਿੰਨੀਆਂ ਹੋ ਜਾਣਗੀਆਂ। ਅਗਰ ਇੱਕ ਹਿਰਨ ਦੀ ਲੈਗ ਇੱਥੇ 4 ਹੈਗੀ ਆ ਤਾਂ 80 ਜਣੇ ਦੀ ਲੈਗਸ ਕਿੰਨੀਆਂ ਹੋ ਜਾਣਗੀਆਂ 320। ਬਟ ਹੈਗੀਆਂ ਕਿੰਨੀਆਂ ਸੀ ਆਪਣੇ ਕੋਲੇ 200।
ਸੋ ਆਪਾਂ ਇੱਥੋਂ 200 ਮਾਈਨਸ ਕਰ ਲਾਂਗੇ ਤਾਂ 120 ਲੈਗ ਆਪਣੇ ਕੋਲੇ ਐਕਸਟਰਾ ਆ ਗਈਆਂ। ਜਿਹੜੀਆਂ ਐਕਸਟਰਾ ਲੈਗ ਆਈਆਂ ਨੇ ਇਹਦਾ ਮਤਲਬ ਇਹੀ ਹੋਇਆ ਕਿ ਇੱਥੇ ਜਿਹੜੇ ਨੰਬਰ ਆਪਾਂ ਪਰਸਨ ਸੋਚੇ ਸੀ ਉਹ ਘੱਟ ਹੋਣਗੇ, ਕੁਛ ਆਪਣੇ ਕੋਲੇ ਇੱਥੇ ਮੋਰ ਵਾਲੇ ਵੀ ਹੋਣਗੇ, ਤਾਂ ਜਿੰਨਾ ਇਹਨਾਂ ਦਾ ਡਿਫਰੈਂਸ ਆਊਗਾ ਇੱਥੇ 2 ਉਹਦੇ ਨਾਲ ਡਿਵਾਈਡ ਕਰ ਦਾਂਗੇ ਇਹਨੂੰ, ਤਾਂ ਆਪਣੇ ਕੋਲੇ ਸਿੱਧਾ ਸਿੱਧਾ ਆਪਣੇ ਕੋਲੇ ਹੈਡ ਕਾਊਂਟ ਹੋ ਜਾਣਗੇ ਜਿਹਨੂੰ ਆਪਾਂ ਇਗਨੋਰ ਕੀਤਾ ਸੀ। ਕਲੀਅਰ ਹੈ? ਤਾਂ ਇਹ ਥੋੜਾ ਸ਼ਾਰਟਕਟ ਆ ਯਾਦ ਕਰਨ ਵਾਲਾ, ਅਦਰਵਾਈਜ਼ ਐਕਸ ਵਾਈ ਨਾਲ ਤੁਸੀਂ ਸੋਲਵ ਕਰ ਸਕਦੇ ਹੋ। ਕੁਐਸਚਨ ਨੰਬਰ 79 ਦੇ ਉੱਪਰ ਚੱਲਦੇ ਹਾਂ। when SIR is coded PS PI PR then MAN will be coded, ਤਾਂ MAN ਨੂੰ ਕਿੱਦਾਂ ਕੋਡ ਕਰਾਂਗੇ? ਦੇਖੋ ਸਿੰਪਲ ਜੀ ਕਹਾਣੀ ਆ, ਅਗਰ SIR ਸੀਗਾ ਤਾਂ SIR ਨੂੰ ਕੋਡ ਕਰਕੇ ਕੀ ਲਿਖਿਆ ਹੋਇਆ ਚੈੱਕ ਕਰੋ, ਤਾਂ ਇੱਥੇ P ਲਿਖਤਾ, ਇੱਥੇ P ਲਿਖਤਾ, ਇੱਥੇ P ਲਿਖਤਾ, ਮਤਲਬ SIR ਤਾਂ ਹੈਗਾ ਹੀ ਹੈ ਆਪਣੇ ਕੋਲੇ। SIR ਦੇ ਨਾਲ ਇੱਕ ਇੱਕ ਫਰੰਟ ਤੇ ਇਹਨਾਂ ਨੇ P ਲਿਖਤਾ, ਏਦਾਂ ਹੀ ਆਪਣੇ ਕੋਲੇ ਇੱਥੇ ਮੈਨ ਲਿਖਿਆ ਹੋਇਆ MAN, ਤਾਂ ਇੱਕ P ਆਪਾਂ ਅੱਗੇ ਲਿਖ ਦਾਂਗੇ ਇੱਥੇ ਸਿੱਧਾ, ਤਾਂ ਆਪਸ਼ਨ ਨੰਬਰ ਇਹਦੇ ਕੋਲੇ ਆਪਣੇ ਕੋਲੇ PM PA ਤੇ PN ਆ ਜਾਊਗਾ, ਆਪਸ਼ਨ ਨੰਬਰ B ਇਹਦਾ ਬਿਲਕੁਲ ਸਹੀ ਹੋਊਗਾ। ਕਲੀਅਰ? ਇਹ ਕੁਐਸਚਨ ਤਾਂ ਇੰਨਾ ਜ਼ਿਆਦਾ ਆਸਾਨ ਸੀਗਾ ਕਿ ਤੁਸੀਂ ਸਿੱਧਾ ਹੀ ਆਨਸਰ ਕਰ ਸਕਦੇ ਸੀ ਇਹਦੇ। ਮੰਨ ਲਓ ਇਹ ਆਪਣੇ ਕੋਲੇ ਇੱਥੇ 3 ਨੰਬਰ ਆ, SIR ਆਪਣੇ ਕੋਲੇ 3 ਵਰਡ ਆ, ਤਾਂ ਇੱਥੇ ਕਿੰਨੇ ਹੋ ਗਏ ਆਪਣੇ ਕੋਲੇ 6, ਤਾਂ ਇੱਥੇ ਵੀ ਆਪਣੇ ਕੋਲੇ ਕਿੰਨੇ ਹੈਗੇ 3 ਵਰਡ ਆ, ਤਾਂ ਆਨਸਰ ਕੀ ਆਊਗਾ 6 ਵਾਲਾ ਹੀ ਆਊਗਾ ਨਾ, ਤਾਂ 6 ਵਾਲਾ ਆਪਣੇ ਕੋਲੇ ਇੱਕ ਹੀ ਆਪਸ਼ਨ ਹੈ ਇੱਥੇ, ਆਪਸ਼ਨ ਨੰਬਰ B। ਕਲੀਅਰ? ਕੁਐਸਚਨ ਨੰਬਰ 80 ਦੇ ਉੱਪਰ ਚੱਲਦੇ ਆ। ਰਾਜਨ ਇਜ਼ ਰੈਂਕਡ 11th in the list successively in the class at the 31st from the bottom. 3 boys did not take the exam at the end and 1 failed. How many students are there in a class? ਕਾਫੀ ਵਧੀਆ ਕੁਐਸਚਨ ਹੈ। ਇਹਦੇ ਲਈ ਤੁਹਾਨੂੰ ਯਾਦ ਰੱਖਣਾ ਚਾਹੀਦਾ ਇੱਕ ਫਾਰਮੂਲਾ, ਲੈਫਟ ਪਲੱਸ ਰਾਈਟ ਮਾਈਨਸ 1 ਇਜ਼ ਇਕੁਅਲ ਟੂ ਟੋਟਲ ਨੰਬਰ। ਕਲੀਅਰ? ਤਾਂ ਲੈਫਟ ਤੋਂ ਦੀ ਵੈਲਿਊ 11 ਐਂਡ ਰਾਈਟ ਤੋਂ ਦੀ ਵੈਲਿਊ 31, ਮਾਈਨਸ 1 ਕਰਾਂਗੇ ਤਾਂ ਟੋਟਲ ਨੰਬਰ ਆਊਗਾ, ਟੋਟਲ ਨੰਬਰ 41 ਹੋ ਗਏ। 41 ਤਾਂ ਹੋ ਗਏ, ਬਟ ਉਹਨੇ ਲਿਖਿਆ ਕਿ ਇੱਥੇ ਜਿਹੜੇ ਡਿਡ ਨਾਟ ਪਾਰਟਿਸਿਪੇਟ ਕਰਦੇ ਉਹ 3% ਨੇ, 3% ਪਾਰਟਿਸਿਪੇਟ ਨਹੀਂ ਕਰਦੇ ਬਟ ਕਲਾਸ ਵਿੱਚ ਤਾਂ ਹੈਗੀ ਆ ਉਹ। ਫਿਰ 1% ਇੱਥੇ ਫੇਲ ਹੋ ਜਾਂਦਾ, 1% ਹੋਰ ਜਿਹੜਾ ਫੇਲ ਹੋ ਜਾਂਦਾ ਉਹ ਵੀ ਤਾਂ ਕਲਾਸ ਵਿੱਚ ਹੈਗਾ ਹੀ ਆ ਟੋਟਲ, ਤਾਂ ਟੋਟਲ ਨੰਬਰ ਆਫ ਪਰਸਨ ਵਿੱਚ 45 ਹੋਣਗੇ, ਤਾਂ C ਆਪਸ਼ਨ ਇਜ਼ ਏ ਰਾਈਟ ਆਨਸਰ। ਕਲੀਅਰ? ਇਦਾਂ ਦੇ ਅਗਰ ਤੁਸੀਂ ਪ੍ਰੋਪਰਲੀ ਹੋਰ ਵੀ ਇਹਦੇ ਟੌਪਿਕ ਇਦਾਂ ਦੇ ਸਿੱਖਣਾ ਚਾਹੁੰਦੇ ਹੋ, ਪ੍ਰੋਪਰਲੀ ਦਾ ਬੇਸਿਕ ਸਿੱਖਣਾ ਚਾਹੁੰਦੇ ਹੋ, ਰੈਂਕਿੰਗ ਦਾ ਕਿੱਦਾਂ ਹੋ ਸਕਦਾ ਕਿੱਦਾਂ ਨਹੀਂ ਹੋ ਸਕਦਾ, YouTube ਤੇ ਜਾ ਕੇ ਸਰਚ ਕਰ ਸਕਦੇ ਹੋ, ਜਾਂ ਫਿਰ ਜਿੰਨੇ ਵੀ ਆ ਤੁਹਾਨੂੰ ਇਹਦੇ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ 'ਚ ਲਿੰਕ ਦਿਖ ਰਿਹਾ FCAT ਰੀਜ਼ਨਿੰਗ, CAPF ਰੀਜ਼ਨਿੰਗ 2022 ਦਾ ਕੋਰਸ, 2023 ਦਾ ਕੋਰਸ, ਤਾਂ ਉਹਨਾਂ ਨੂੰ ਫੋਲੋ ਕਰਕੇ ਪੜ੍ਹ ਸਕਦੇ ਹੋ। ਉੱਥੇ ਸਾਰੇ ਦਾ ਸਾਰਾ ਇੱਥੇ ਪ੍ਰੋਪਰਲੀ ਤੁਹਾਨੂੰ ਡਿਸਕਸ ਕੀਤਾ ਹੋਇਆ। ਕਲੀਅਰ? ਇਦਾਂ ਦੇ ਪੋਰਸ਼ਨ ਸਾਰੇ ਦੇ ਸਾਰੇ। ਕੁਐਸਚਨ ਨੰਬਰ 81 ਦੇ ਉੱਪਰ ਚੱਲਦੇ ਹਾਂ। A is a brother of B, B is a brother of C, D is a father of A. Based on these 3 statements, which of the following cannot be definitely true? ਸੋ ਅਗਰ ਤੁਹਾਨੂੰ ਬੇਸਿਕ ਵੀ ਆਂਦਾ ਹੋਵੇ, ਤੁਸੀਂ ਇਹ ਸੋਚ ਸਕਦੇ ਹੋ ਕਿ ਜਿਹੜਾ ਡੱਬਾ ਹੁੰਦਾ ਆਪਣੇ ਕੋਲੇ ਮੇਲ ਆ, ਫੀਮੇਲ ਲਈ ਆਪਾਂ ਸਰਕਲ ਡਿਨੋਟ ਕਰਦੇ ਆ, ਬ੍ਰਦਰ ਸਿਸਟਰ ਲਈ ਆਪਾਂ ਸਿੰਗਲ ਲਾਈਨ, ਹਸਬੈਂਡ ਵਾਈਫ ਲਈ ਡਬਲ ਲਾਈਨ, ਐਂਡ ਗੈਪ ਜਨਰੇਸ਼ਨ ਲਈ ਆਪਾਂ ਵਰਟੀਕਲ ਲਾਈਨ। ਗੈਪ ਜਨਰੇਸ਼ਨ ਦਾ ਮਤਲਬ ਆ ਕਿਸੇ ਦੇ ਚਿਲਡਰਨ ਜਾਂ ਕਿਸੇ ਦੇ ਪੇਰੈਂਟਸ। ਕਲੀਅਰ? ਸੋ ਉਹਨੇ ਲਿਖਿਆ ਹੋਇਆ A is a brother of B, ਤਾਂ ਮਤਲਬ B ਦਾ ਜਿਹੜਾ ਬ੍ਰਦਰ ਹੈਗਾ ਮੇਰੇ ਕੋਲੇ A ਹੈਗਾ, ਤਾਂ ਆਪਾਂ ਇਦਾਂ ਡਾਟਾ ਬਣਾਵਾਂਗੇ। ਅੱਗੇ ਲਿਖਿਆ ਹੋਇਆ B is a brother of a C, ਜਿਹੜਾ B ਹੈਗਾ ਉਹ ਅੱਗੇ C ਦਾ ਕਿਸੇ ਦਾ ਬ੍ਰਦਰ ਹੈਗਾ, ਤਾਂ ਬ੍ਰਦਰ ਆਗਾ B ਦਾ ਆਪਣੇ ਕੋਲੇ ਜੈਂਡਰ ਪਤਾ ਲੱਗ ਗਿਆ। ਫਿਰ ਅੱਗੇ ਲਿਖਿਆ ਹੋਇਆ D is a father of A, ਤਾਂ ਜਿਹੜਾ A ਦਾ ਫਾਦਰ ਹੈਗਾ ਉਹ ਆਪਣੇ ਕੋਲੇ ਇੱਥੇ D ਹੈਗਾ, ਤਾਂ ਆਪਾਂ ਇਦਾਂ ਡਾਟਾ ਲਿਖਾਂਗੇ। Based on these 3 statements, which of the following cannot be true? cannot be ਦਾ ਮਤਲਬ ਜਿਹੜੇ ਨਹੀਂ ਸਹੀ ਹੋ ਸਕਦੇ। ਠੀਕ ਹੈ? A is a brother of a C, ਚੈੱਕ ਕਰੋ A C ਦਾ ਵੀ ਤਾਂ ਬ੍ਰਦਰ ਹੋਊਗਾ, ਸਿੰਗਲ ਲਾਈਨ ਦਾ ਮਤਲਬ ਬ੍ਰਦਰ ਸਿਸਟਰ, ਤੇ ਇੱਥੇ ਜੈਂਡਰ ਤੋਂ ਪਤਾ ਲੱਗ ਗਿਆ A brother of a C, ਇਹ ਤਾਂ ਸਹੀ ਆ, ਸਹੀ ਨਹੀਂ ਦੱਸਣਾ ਆਪਾਂ ਨਾ ਗਲਤ ਦੱਸਣਾ, ਤਾਂ ਮਤਲਬ ਇਹ ਆਪਸ਼ਨ ਗਲਤ ਹੋ ਜਾਊਗਾ, ਇਹ ਆਨਸਰ ਨਹੀਂ ਹੈਗਾ। C is a brother of A, ਤਾਂ C is a brother of A ਚੈੱਕ ਕਰੋ, C is a brother of A ਨਹੀਂ ਹੋ ਸਕਦਾ ਕਿਉਂਕਿ ਆਪਾਂ ਨੂੰ C ਦਾ ਜੈਂਡਰ ਨਹੀਂ ਪਤਾ, C ਮੇਲ ਵੀ ਹੋ ਸਕਦਾ, C ਆਪਣੇ ਕੋਲੇ ਫੀਮੇਲ ਵੀ ਹੋ ਸਕਦਾ, ਤਾਂ ਇਹਦਾ ਜੈਂਡਰ ਨਹੀਂ ਪਤਾ, ਤਾਂ ਇਹਦਾ ਮਤਲਬ ਇਹ ਗਲਤ ਆ, ਜਿਹੜਾ ਗਲਤ ਆਪਾਂ ਉਹੀ ਦੱਸਣਾ ਸੀ, ਤਾਂ ਮਤਲਬ ਆਪਸ਼ਨ ਨੰਬਰ C ਆਪਣਾ ਸਹੀ ਹੋਊਗਾ। ਕੁਐਸਚਨ ਨੰਬਰ 82 ਦੇ ਉੱਪਰ ਚੱਲਦੇ ਹਾਂ। The sum of the present age of a two cousin is 46 years. 8 years ago, the elder was twice as much as younger one. Then what is the present age of the elder cousin? काफी ਵਧੀਆ ਕੁਐਸਚਨ ਹੈ, ਵੀਡੀਓ ਪੌਜ਼ ਕਰਕੇ ਟਰਾਈ ਕਰਨਾ ਕਰ ਸਕਦੇ ਹੋ। ਹਜੇ ਵੀ ਸਿੰਪਲ ਤਰੀਕੇ ਨਾਲ ਕਿੱਦਾਂ ਆਪਾਂ ਸੋਚ ਸਕਦੇ ਹਾਂ, ਆਪਾਂ ਨੂੰ ਇਹ ਪਤਾ ਕਿ ਜਿਹੜੇ ਦੋ ਹੈਗੇ ਆਪਣੇ ਕੋਲੇ, ਇੱਕ ਐਲਡਰ ਹੈਗਾ ਇੱਕ 올ਡਰ ਹੈਗਾ, ਇਹਨਾਂ ਦੀ ਰੇਸ਼ੋ ਕਿੰਨੀ ਆ 2:1, ਤੇ ਇਹਨਾਂ ਦਾ ਜਿਹੜਾ ਪ੍ਰੈਜ਼ੈਂਟਲੀ ਸਮ ਹੈਗਾ ਉਹ ਹੈਗਾ ਆਪਣੇ ਕੋਲੇ 46 ਇਅਰਸ, ਇਹ ਆਪਣੇ ਕੋਲੇ ਪ੍ਰੈਜ਼ੈਂਟਲੀ ਸਮ ਆ। ਉਹਨਾਂ ਨੇ ਕਿਹਾ ਕਿ 8 ਸਾਲ ਪਹਿਲਾਂ ਇਹਨਾਂ ਦੀ ਰੇਸ਼ੋ ਇਹ ਵਾਲੀ ਹੋਊਗੀ, ਤਾਂ ਆਪਾਂ ਨੂੰ ਜਿਹੜਾ ਸਮ ਹੋਊਗਾ ਇਹਨਾਂ ਦੋਨਾਂ ਦਾ ਉਹ ਵੀ ਤਾਂ 8 ਸਾਲ ਪਹਿਲਾਂ ਦਾ ਚਾਹੀਦਾ। ਫਿਰ ਤਾਂ 8 ਸਾਲ ਪਹਿਲਾਂ ਅਗਰ ਮੈਂ ਐਲਡਰ ਨੂੰ 8 ਸਾਲ ਪਹਿਲਾਂ ਕਰਦਾ ਤੇ 올ਡਰ ਨੂੰ ਵੀ 8 ਸਾਲ ਪਹਿਲਾਂ ਕਰਦਾ, ਐਲਡਰ ਸੀਗਾ ਇੱਕ ਯੰਗਰ ਸੀ, ਸੌਰੀ ਮੈਂ ਇੱਥੇ 올ਡਰ ਲਿਖ ਲਿਆ, ਇੱਥੇ ਯੰਗਰ ਲਿਖ ਲਓ। ਠੀਕ ਹੈ? ਤਾਂ ਇੱਕ ਹੈਗਾ ਐਲਡਰ, ਉਹਨੂੰ 8 ਸਾਲ ਪਹਿਲਾਂ ਲੈ ਗਏ, ਤੇ ਇੱਕ ਹੈਗਾ ਯੰਗਰ, ਉਹਨੂੰ ਵੀ 8 ਸਾਲ ਪਹਿਲਾਂ ਲੈ ਗਏ, ਕਿਉਂਕਿ 2 ਪਰਸਨ ਆ ਤਾਂ ਦੋਨਾਂ ਦਾ 8-8 ਸਾਲ ਮਾਈਨਸ ਹੋਊਗਾ ਨਾ ਇੱਥੇ, ਤਾਂ 8-8 ਸਾਲ ਮਾਈਨਸ ਹੋਊਗਾ, ਤਾਂ ਆਪਣੇ ਕੋਲੇ ਇਹਨਾਂ ਦਾ 8 ਸਾਲ ਪਹਿਲਾਂ ਦਾ ਸਮ ਕਿੰਨਾ ਆ ਜਾਊਗਾ 30,
ਜਿਹੜਾ ਕਿ ਆਪਣੇ ਇਹਨਾਂ ਦੋਨਾਂ ਦੇ ਬਰਾਬਰ ਹੋਊਗਾ। 2 and 1 ਕਿੰਨਾ ਹੋ ਜਾਊਗਾ ਆਪਣੇ ਕੋਲੇ 3, ਤਾਂ 3 ਦੀ ਵੈਲਿਊ ਆਪਣੇ ਕੋਲੇ ਅਗਰ 30 ਹੋਵੇ ਤਾਂ 1 ਦੀ ਵੈਲਿਊ ਆਪਣੇ ਕੋਲੇ 10 ਹੋਊਗੀ, ਤਾਂ 2 ਦੀ ਵੈਲਿਊ 20 ਹੋਊਗੀ। ਇਹ ਕਦੋਂ ਹੋਊਗੀ? ਇਹ ਜਦੋਂ ਗੱਲ ਕਰ ਰਹੇ ਹਾਂ ਆਪਾਂ 8 ਸਾਲ ਪਹਿਲਾਂ ਦੀ ਕਰ ਰਹੇ ਹਾਂ, 8 ਸਾਲ ਅਗੋ ਦੀ ਗੱਲ ਕਰ ਰਹੇ ਹਾਂ। ਤਾਂ 8 ਸਾਲ ਅਗਰ ਆਪਾਂ ਇਹਨੂੰ ਦੇ ਦਈਏ, 8 ਸਾਲ ਅਗਰ ਮੈਂ ਇਹਨੂੰ ਦੇ ਦਾਂ ਤਾਂ ਇਹ 28 ਸਾਲ ਦਾ ਹੋ ਜੂ, 8 ਸਾਲ ਅਗਰ ਇਹਨੂੰ ਦੇ ਦਾਂ ਤਾਂ ਇਹ 18 ਸਾਲ ਦਾ ਹੋ ਜੂ। ਉਹਨਾਂ ਨੇ ਪੁੱਛਿਆ ਕੀ ਹੋਇਆ ਐਲਡਰ ਵਾਲਾ, ਤਾਂ ਐਲਡਰ ਵਾਲੇ ਦਾ ਆਂਸਰ 28 ਹੋਊਗਾ, ਤਾਂ ਆਪਸ਼ਨ ਨੰਬਰ ਏ ਬਿਲਕੁਲ ਸਹੀ ਆ। ਕੁਐਸਚਨ ਨੰਬਰ 83 ਦੇ ਉੱਪਰ ਚੱਲਦੇ ਹਾਂ। In a certain code language, mind is given KGLB and argue is given YPESC, then diagram ਨੂੰ ਕੀ represent ਕਰਾਂਗੇ। ਠੀਕ ਹੈ, ਕਾਫੀ easy question ਸੀਗਾ। ਅਗਰ ਤੁਸੀਂ ਕੋਡਿੰਗ ਡੀਕੋਡਿੰਗ ਪੜਿਆ ਹੋਵੇ, ਨਹੀਂ ਪੜਿਆ ਜਾ ਕੇ YouTube ਤੇ ਸਰਚ ਕਰਕੇ ਪੜ ਸਕਦੇ ਹੋ। ਸਾਰੇ ਮੇਰੇ ਕੋਰਸ ਫ੍ਰੀ ਨੇ, ਕੋਈ ਬੱਚਾ ਕਮੈਂਟ ਕਰਕੇ ਨਾ ਪੁੱਛੇ ਸਰ ਕੋਈ ਪੇਡ ਕੋਰਸ, ਕਿਉਂਕਿ ਕਾਫੀ ਬੱਚਿਆਂ ਦੇ ਮੈਸੇਜ ਆਉਂਦੇ ਨੇ, ਟੈਲੀਗ੍ਰਾਮ ਤੇ ਮੈਸੇਜ ਆਉਂਦੇ ਨੇ। ਮੇਰੇ ਜਿੰਨੇ ਵੀ ਕੋਰਸ ਅਵੇਲੇਬਲ ਆ ਸਾਰੇ ਦੇ ਸਾਰੇ ਇਸੀ YouTube ਚੈਨਲ ਤੇ ਸਾਰੇ ਫ੍ਰੀ ਆਫ ਕਾਸਟ ਪਏ ਨੇ। ਰੀਜ਼ਨਿੰਗ ਦੇ ਵੀ ਨੇ, ਮੈਥ ਦੇ ਵੀ ਨੇ, ਹਾਇਰ ਮੈਥ ਦੇ ਵੀ ਆ, ਪ੍ਰੀਵੀਅਸ ਈਅਰ ਕੁਐਸਚਨ ਵੀ ਆ, ਪੰਜਾਬ ਸਟੇਟ ਦੇ ਵੀ ਆ, UPSC CSET ਦੇ ਵੀ ਆ, ਲਾਸਟ 20 25 ਸਾਲਾਂ ਦੇ। ਜਿੱਥੇ ਦਾ ਕੋਈ ਨਹੀਂ ਕਰਵਾ ਰਿਹਾ ਉਹ ਵੀ ਮੈਂ ਕਰਵਾ ਰੱਖਿਆ, ਜਾ ਕੇ ਉਹਨੂੰ ਚੈੱਕ ਆਊਟ ਕਰ ਲਓ। ਠੀਕ ਹੈ, ਮੰਨ ਲਓ ਤੁਸੀਂ ਇਹ ਟੌਪਿਕ ਸਿੱਖਣਾ, ਕੋਡਿੰਗ ਡੀਕੋਡਿੰਗ ਬਲਵਿੰਦਰ ਲਾਈਵ ਲਿਖ ਦੋਗੇ, YouTube ਤੇ ਤੁਹਾਨੂੰ 2-3 ਵੀਡੀਓ ਮਿਲ ਜਾਣੀਆਂ, ਉਹਨਾਂ ਨੂੰ ਕਵਰ ਆਊਟ ਕਰ ਲਓ, ਸਾਰਾ ਕੁਝ ਉਹਦੇ ਵਿੱਚ ਦੱਸਿਆ ਹੋਇਆ। ਠੀਕ ਹੈ, ਸੋ ਹੁਣ ਅਗਰ ਇਹ ਕੁਐਸਚਨ ਦੀ ਗੱਲ ਕਰੀਏ, ਲਿਖਿਆ ਹੋਇਆ ਆਪਣੇ ਕੋਲੇ ਮਾਈਂਡ ਦਾ ਜਿਹੜਾ ਫਰਸਟ ਹੈਗਾ ਉਹ K ਨਾਲ ਕੰਪੇਅਰ ਕਰਾਂਗੇ ਤਾਂ K ਨੰਬਰ ਉਹ ਤੋਂ 2 ਨੰਬਰ ਪਿੱਛੇ ਆ। ਜਿਹੜਾ I ਹੈਗਾ I G ਨਾਲ 2 ਨੰਬਰ ਪਿੱਛੇ ਆ, N L ਨਾਲੋਂ 2 ਨੰਬਰ ਪਿੱਛੇ ਆ, D B ਨਾਲੋਂ 2 ਨੰਬਰ ਪਿੱਛੇ ਆ, 2 ਨੰਬਰ ਪਿੱਛੇ ਹੋ ਰਿਹਾ। ਇਹਨੂੰ ਵੀ ਚੈੱਕ ਕਰ ਲਓ, ਇਹ ਵੀ 2 ਨੰਬਰ ਪਿੱਛੇ ਹੀ ਆ। ਤਾਂ ਆਪਣੇ ਕੋਲੇ D ਆਊਗਾ ਤੇ ਡਾਇਗਰਾਮ ਉਹਨਾਂ ਨੇ ਬੋਲਿਆ ਹੋਇਆ ਸੀਗਾ ਡਾਇਗਰਾਮ, ਸੋ ਇਹ ਵੀ ਆਪਣਾ 2 ਨੰਬਰ ਪਿੱਛੇ ਆਊਗਾ। ਇਹਨੂੰ 2 ਨੰਬਰ ਪਿੱਛੇ ਕਰਾਂਗੇ ਤਾਂ B ਹੋ ਜਾਊਗਾ ਪਹਿਲਾ। ਤਾਂ ਪਹਿਲਾ ਆਪਸ਼ਨ G ਨਾਲ ਨਹੀਂ ਸ਼ੁਰੂ ਹੋ ਸਕਦਾ, C ਆਪਸ਼ਨ ਐਲੀਮੀਨੇਟਡ, L ਨਾਲ ਨਹੀਂ ਸ਼ੁਰੂ ਹੋ ਸਕਦਾ, D ਆਪਸ਼ਨ ਐਲੀਮੀਨੇਟਡ, A ਤੇ B ਸਹੀ ਆ। ਹੁਣ A ਤੇ B ਸਾਰੇ ਨਹੀਂ ਚੈੱਕ ਕਰ ਰਹੇ ਹੁੰਦੇ, ਕਿਉਂਕਿ ਸਾਰੇ ਚੈੱਕ ਕਰਾਂਗੇ ਟਾਈਮ ਖਰਾਬ ਵਾਲੀ ਗੱਲ ਆ। ਤੇ A ਤੇ B ਵਿੱਚ ਚੈੱਕ ਕਰੋ ਆਪਣੇ ਕੋਲੇ ਡਿਫਰੈਂਸ ਕਿੱਥੇ ਆ। ਡਿਫਰੈਂਸ ਹੈਗਾ ਸੈਕਿੰਡ ਲਾਸਟ ਤੇ ਇੱਥੇ Y ਆ, ਇੱਥੇ E ਆ। ਤਾਂ ਆਪਾਂ ਸੈਕਿੰਡ ਲਾਸਟ ਤੇ ਚਲੇ ਜਾਵਾਂਗੇ, ਆਪਣੇ ਕੋਲੇ A ਤੋਂ ਅਗਰ ਮੈਂ 2 ਨੰਬਰ ਪਿੱਛੇ ਲੈ ਕੇ ਜਾਊਂਗਾ ਤਾਂ Y ਆਊਗਾ ਨਾ, ਤਾਂ Y ਵਾਲਾ ਆਪਸ਼ਨ A ਆਪਣੇ ਕੋਲੇ ਬਿਲਕੁਲ ਸਹੀ ਹੋਊਗਾ, ਇਹ ਆਪਣੇ ਕੋਲੇ ਗਲਤ ਹੋ ਗਿਆ। ਕਲੀਅਰ। ਕੁਐਸਚਨ ਨੰਬਰ 84 ਦੇ ਉੱਤੇ ਚੱਲਦੇ ਹਾਂ। Some boys are sitting in a row, P is sitting 14 from the left end and Q is 17 from the right end. If there are 4 boys between P and Q, how many boys are there in a row? ਤਾਂ ਰੋ ਕਿੰਨੇ ਪਰਸਨ ਹੋਣਗੇ ਪੁੱਛਿਆ ਹੋਇਆ। ਕਲੀਅਰ, ਕਾਫੀ ਵਧੀਆ ਕੁਐਸਚਨ ਹੈ। ਵੈਸੇ ਇੱਥੇ ਇਹਨਾਂ ਨੇ ਲਿਖਿਆ ਨਹੀਂ ਹੋਇਆ ਕਿ ਮਿਨੀਮਮ ਮੈਕਸਿਮਮ, ਤਾਂ ਇਹਦੇ ਕਰਕੇ ਕੁਝ ਬੱਚਿਆਂ ਨੂੰ ਸ਼ਾਇਦ ਇਹ 'ਚ ਥੋੜੀ ਜਿਹੀ ਮੁਸ਼ਕਿਲ ਆਈ ਹੋਵੇ। ਆਪਾਂ ਦੋਨੇ ਤਰੀਕੇ ਨਾਲ ਕਰਦੇ ਆ। ਅਗਰ ਆਪਣੇ ਕੋਲੇ ਪੁੱਛਿਆ ਜਾਂਦਾ ਮੈਕਸਿਮਮ, ਤਾਂ ਮੈਕਸਿਮਮ ਦਾ ਫੰਡਾ ਕੀ ਹੁੰਦਾ ਕਿ P ਆਪਣੇ ਕੋਲੇ ਇੱਥੋਂ ਲੈਫਟ ਸਾਈਡ ਤੋਂ ਕਿੰਨਾ ਹੈਗਾ 14th ਨੰਬਰ, ਤਾਂ Q ਆਪਣੇ ਕੋਲੇ ਇੱਥੇ ਰਾਈਟ ਸਾਈਡ ਤੋਂ ਹੈਗਾ 17th ਨੰਬਰ। ਤਾਂ ਇਹਨਾਂ ਨੇ ਲਿਖਿਆ ਇਹਦੇ ਵਿੱਚ 4 ਪਰਸਨ ਔਰ ਬੈਠੇ ਆ, ਤਾਂ 1 2 3 4 ਪਰਸਨ ਬੈਠੇ ਆ। ਤਾਂ ਟੋਟਲ ਨੰਬਰ ਆਫ ਪਰਸਨ ਕਿੰਨੇ ਹੋ ਜਾਣਗੇ? 14 ਪਰਸਨ ਇਹ ਹੋ ਗਏ, 4 ਪਰਸਨ ਇਹ ਹੋ ਗਏ, 17 ਪਰਸਨ ਇਹ ਹੋ ਗਏ, ਤੇ ਆਪਣੇ ਕੋਲੇ 35 ਪਰਸਨ ਹੋ ਗਏ। ਬਟ ਆਪਸ਼ਨ ਹੀ ਨਹੀਂ ਹੈ 35 ਵਾਲਾ ਤਾਂ ਕੋਈ, ਤਾਂ ਮਤਲਬ ਆਪਣਾ ਆਂਸਰ ਗਲਤ ਆ। ਗਲਤ ਨਹੀਂ ਹੈ, ਇਹਨਾਂ ਨੇ ਮੈਕਸਿਮਮ ਪੁੱਛਿਆ ਹੁੰਦਾ ਤਾਂ ਆਪਣਾ ਆਂਸਰ ਇਹ ਬਿਲਕੁਲ ਸਹੀ ਆ। ਬਟ ਆਪਸ਼ਨ ਨਹੀਂ ਹੈਗਾ, ਤਾਂ ਇਹਦਾ ਮਤਲਬ ਇੱਥੇ ਇਹਨਾਂ ਨੇ ਮੈਕਸਿਮਮ ਨਹੀਂ, ਇੱਥੇ ਇਹਨਾਂ ਨੇ ਮਿਨੀਮਮ ਪੁੱਛਿਆ ਹੋਇਆ ਸੀ। ਤਾਂ ਮਿਨੀਮਮ ਲਈ ਆਪਾਂ ਕੀ ਕਰ ਸਕਦੇ ਹਾਂ? ਮਿਨੀਮਮ ਲਈ ਹਮੇਸ਼ਾ ਕਦੇ ਲਈ ਯਾਦ ਰੱਖ ਸਕਦੇ ਕਿ ਓਵਰਲੈਪ ਹੋਣਾ ਜ਼ਰੂਰੀ ਆ। ਮਤਲਬ ਅਗਰ ਮੈਂ ਲੈਫਟ ਸਾਈਡ ਤੋਂ ਇੱਥੇ ਬਿਠਾਣਾ P ਨੂੰ, ਜਿਹੜਾ ਕਿ ਆਪਣੇ ਕੋਲੇ 14 ਨੰਬਰ ਤੇ ਆ, ਫਿਰ ਮੈਂ ਇਹਨਾਂ ਦੇ 4 ਪਰਸਨ ਬਿਠਾ ਲੈਣਾ, 1 2 3 4, ਤੇ 5ਵਾਂ ਪਰਸਨ ਜਿਹੜਾ ਹੈਗਾ ਉਹ Q ਆ, ਜਿਹੜਾ ਕਿ ਰਾਈਟ ਤੋਂ ਆਪਣੇ ਕੋਲੇ 17 ਨੰਬਰ ਆ। ਠੀਕ ਹੈ, ਹੁਣ ਆਪਾਂ ਦੋਨਾਂ ਪਾਸੇ ਤੋਂ ਜਿਹੜਾ ਮਰਜ਼ੀ ਆਪਾਂ ਡਾਟਾ ਕਾਊਂਟ ਕਰ ਸਕਦੇ ਹਾਂ। ਮੰਨ ਲਓ ਮੈਂ ਇਹਨੂੰ ਕਾਊਂਟ ਕਰ ਲੈਣਾ, ਜਾਂ ਇੱਥੋਂ ਦੀ ਲੈ ਕੇ ਇੱਥੋਂ ਤੱਕ 14 ਪਰਸਨ ਤਾਂ ਹੈ ਹੀ ਆਪਣੇ ਕੋਲੇ। ਆਲੀ ਲਾਈਨ ਨੂੰ ਮੈਂ ਅਗਰ ਕਾਊਂਟ ਕਰ ਲਾ 14 ਪਰਸਨ ਤਾਂ ਹੈ ਹੀ ਆਪਣੇ ਕੋਲ। ਫਿਰ ਬਾਕੀ ਆਪਣੇ ਆਲੇ ਪਰਸਨ ਕਿੰਨੇ ਆਪਾਂ ਇਹ ਦੇਖਣੇ ਆਉਣ, ਕਿਉਂਕਿ ਜਿਹੜੇ 17 ਦੇ ਬਾਕੀ ਬੱਚੇ ਨੇ ਉਹਦਾ ਬੰਦੇ ਨੇ ਆਪਾਂ ਕਾਊਂਟ ਕਰ ਲਿਆ। ਕਿਹੜਾ ਕਰ ਲਿਆ? 1 ਨੰਬਰ ਆਪਣੇ ਕੋਲੇ ਧਿਆਨ ਰੱਖੋ, 1 ਨੰਬਰ ਇਹ ਕਰ ਲਿਆ, ਦੂਸਰਾ ਇਹ ਕਰ ਲਿਆ, ਤੀਸਰਾ ਇਹ ਕਰ ਲਿਆ, ਚੌਥਾ ਇਹ ਕਰ ਲਿਆ, ਪੰਜਵਾਂ ਇਹ ਕਰ ਲਿਆ, 6 ਨੰਬਰ ਇਹ ਕਰ ਲਏ। ਤਾਂ 6 ਨੰਬਰ 17 ਚੋਂ 6 ਨੰਬਰ ਆਪਾਂ ਕਾਊਂਟ ਕਰ ਲਿਆ, 17 ਚੋਂ 6 ਨੰਬਰ ਕੱਢ ਦਈਏ ਤਾਂ ਇੱਥੇ 11 ਪਰਸਨ ਹੋਰ ਬਚ ਗਏ। ਤਾਂ 11 ਪਰਸਨ ਆਪਾਂ ਇਹਦੇ ਹੋਰ ਐਡ ਕਰਾਂਗੇ ਤਾਂ 25 ਇਹਦੇ ਵਿੱਚ ਟੋਟਲ ਪਰਸਨ ਰਹੇ ਹੋਣਗੇ ਜਿਹੜੇ ਮਿਨੀਮਮ ਆ। ਤਾਂ ਆਪਸ਼ਨ ਨੰਬਰ A ਇਹਦਾ ਬਿਲਕੁਲ ਸਹੀ ਆ। ਕੁਐਸਚਨ ਨੰਬਰ 85 ਦੇ ਉੱਤੇ ਚੱਲਦੇ। in the following question select the missing number from the given series। missing puzzle ਪੁੱਛਿਆ ਗਿਆ, missing data ਪੁੱਛਿਆ ਗਿਆ। ਇੱਥੇ ਵੀਡੀਓ ਪੌਜ਼ ਕਰਕੇ ਟਰਾਈ ਕਰਨਾ ਕਰ ਸਕਦੇ ਹੋ। ਸਿੰਪਲ ਤਰੀਕਾ ਕੀ ਹੋਊਗਾ ਇਦਾਂ ਦੇ ਕੁਐਸਚਨ ਨੂੰ ਕਰਨ ਦਾ? ਜਦੋਂ ਵੀ ਆਪਣੇ ਕੋਲ ਇਦਾਂ ਦਾ ਡਾਟਾ ਆਊਗਾ ਤਾਂ ਇਹਨਾਂ ਦੋਨਾਂ ਨੂੰ ਐਡ ਕਰ ਲਓ। ਹਮੇਸ਼ਾ ਲਈ ਨਹੀਂ, ਕਦੀ ਕਦੀ ਇਹ ਟ੍ਰਿਕ ਯੂਜ਼ ਹੁੰਦਾ, ਨਹੀਂ ਤਾਂ ਤੁਸੀਂ ਰੋ ਨੂੰ ਐਂਡ ਕਾਲਮ ਨੂੰ ਐਡ ਕਰਕੇ ਸਭ ਤੋਂ ਪਹਿਲਾਂ ਚੈੱਕ ਆਊਟ ਕਰਦੇ ਹੋ। ਹੁਣ ਆਪਣੇ ਕੋਲ ਦੂਰੋਂ ਦਿਖ ਰਿਹਾ, ਇਹਨਾਂ ਦੋਨਾਂ ਨੂੰ ਐਡ ਕਰਾਂਗੇ 21 ਆ ਗਿਆ। 21 ਤੋਂ 84 ਜਾਣ ਲਈ ਆਪਾਂ ਨੂੰ ਮਲਟੀਪਲਾਈ ਬਾਈ 4 ਕਰਨਾ ਪੈਣਾ। ਜਿਵੇਂ ਇਹਨਾਂ ਦੋਨਾਂ ਨੂੰ ਐਡ ਕਰਾਂਗੇ ਕਿੰਨਾ ਹੋ ਜਾਊਗਾ 38। 38 ਤੋਂ 152 ਜਾਣ ਲਈ ਮੈਨੂੰ ਮਲਟੀਪਲਾਈ 4 ਕਰਨਾ ਪੈਣਾ।
ਹੁਣ ਇੱਥੇ ਵੀ ਇਹਨਾਂ ਦੋਨਾਂ ਨੂੰ ਐਡ ਕਰਾਂਗੇ 25 ਤੋਂ ਇਹ ਲੈ ਕੇ ਨੰਬਰ ਆਉਣ ਲਈ ਮੈਨੂੰ ਮਲਟੀਪਲਾਈ ਬਾय 4 ਕਰਨਾ ਪੈਣਾ, ਤਾਂ ਆਪਸ਼ਨ ਨੰਬਰ ਬੀ ਬਿਲਕੁਲ ਸਹੀ ਹੈ ਇਹਦਾ। ਕੁਐਸਚਨ ਨੰਬਰ 9 ਦੇ ਉੱਪਰ ਕੁਐਸਚਨ ਨੰਬਰ 89 ਦੇ ਉੱਪਰ 86 ਉੱਪਰ ਚੱਲਦੇ ਆ। ਹੁਣ ਇਹ ਗੱਲ ਵੀ ਧਿਆਨ ਰੱਖਿਓ, ਇੱਥੇ 9 ਨੰਬਰ ਇਹਦਾ ਮਤਲਬ ਇਹ ਨਹੀਂ ਕਿ 9 ਨੰਬਰ ਆ, ਆਪਣੇ ਕੁਐਸਚਨ ਜ਼ਿਆਦਾ ਹੋ ਗਿਆ ਕਿਉਂਕਿ ਇੱਕ ਸਲਾਈਡ ਵਿੱਚ ਮੈਂ 2 3 ਕੁਐਸਚਨ ਐਡ ਕਰ ਚੁੱਕਿਆ ਪਹਿਲਾਂ, ਠੀਕ ਹੈ। ਹੁਣ ਕੁਐਸਚਨ ਤੇ ਵਾਪਸ ਆਨੇ 86 ਉੱਪਰ। ਇਹ ਵੀ ਤੁਹਾਡੇ ਕੋਲ ਸੀਰੀਜ਼ ਲਿਖਿਆ ਗਿਆ ਕਿ ਅਗਰ 5 ਦੀ ਵੈਲਿਊ 10 ਆ, 6 ਦੀ 18, 7 ਦੀ 28 ਤਾਂ 8 ਦੀ ਕਿੰਨੀ ਹੋਊਗੀ। ਸਿੰਪਲ ਜਿਹਾ ਕੁਐਸਚਨ ਸੀਗਾ, 5 ਦੀ ਵੈਲਿਊ ਅਗਰ 10 ਆ ਤਾਂ ਮਲਟੀਪਲ 2, 6 ਦੀ ਵੈਲਿਊ 18 ਤਾਂ ਮਲਟੀਪਲ 3, 7 ਦੀ ਵੈਲਿਊ 28 ਮਲਟੀਪਲ 4, 8 ਦੀ ਵੈਲਿਊ ਕੀ ਹੋਗੀ ਤਾਂ ਮਲਟੀਪਲ 5 ਹੋਗੀ। ਮਲਟੀਪਲ 5 ਮਤਲਬ 40 ਦਾ ਸਹੀ ਉੱਤਰ ਆ। ਕੁਐਸਚਨ ਨੰਬਰ 87 ਦੇ ਉੱਪਰ ਚੱਲਦੇ ਆ। A start walking toward north, then turn left, again turn left and turn right, again turn right, in which direction A follow। ਤੁਸੀਂ ਅਗਰ ਪੰਜਾਬੀ ਚ ਪੜ੍ਹਨਾ ਉਹ ਵੀ ਪੜ੍ਹ ਸਕਦੇ ਹੋ ਇੱਥੇ, ਠੀਕ ਹੈ। ਸਿੰਪਲ ਜਿਹਾ ਕੁਐਸਚਨ ਆਪਣੇ ਕੋਲੇ ਫਿਰ ਵੀ ਹੈ, ਇੱਥੇ ਲਿਖਿਆ ਹੋਣਾ ਚਾਹੀਦਾ ਨਾਰਥ ਸਾਊਥ ਵੈਸਟ ਈਸਟ, ਡਾਇਰੈਕਸ਼ਨ ਦਾ ਪਤਾ ਹੋਣਾ ਚਾਹੀਦਾ ਤੁਹਾਨੂੰ, ਉੱਤਰ ਦੱਖਣ ਦਾ ਸਾਰਾ ਕੁਝ। ਹੁਣ ਸਭ ਤੋਂ ਪਹਿਲਾਂ ਉਹ ਕਹਿੰਦਾ ਨਾਰਥ ਵਿੱਚ ਗਿਆ, ਤਾਂ ਨਾਰਥ ਵਿੱਚ ਉੱਪਰ ਨੂੰ ਚਲਾ ਗਿਆ ਇੱਥੇ, ਫਿਰ ਉਹਨੇ ਲੈਫਟ ਲਿਆ, ਅਗਰ ਉੱਪਰ ਨੂੰ ਜਾ ਰਿਹਾ ਹੋਊਗਾ ਤਾਂ ਲੈਫਟ ਇੱਧਰ ਨੂੰ ਆਊਗਾ। ਫਿਰ ਉਹਨੇ ਫਿਰ ਇੱਕ ਲੈਫਟ ਲਿਆ, ਅਗਰ ਇੱਧਰ ਨੂੰ ਜਾ ਰਿਹਾ ਉਹਦਾ ਲੈਫਟ ਨੀਚੇ ਨੂੰ ਆ ਜਾਊਗਾ ਇੱਥੇ। ਫਿਰ ਉਹਨੇ ਇੱਥੇ ਰਾਈਟ ਲਿਆ, ਤਾਂ ਹੁਣ ਅਗਰ ਇੱਧਰ ਨੂੰ ਜਾ ਰਿਹਾ ਹੋਊਗਾ ਤਾਂ ਰਾਈਟ ਉਹਦਾ ਕਿੱਧਰ ਨੂੰ ਆਊਗਾ, ਥੋੜਾ ਧਿਆਨ ਨਾਲ ਸਮਝਣਾ ਪੈਣਾ। ਅਗਰ ਤੁਸੀਂ ਨੀਚੇ ਨੂੰ ਆ ਰਹੇ ਹੋ ਤਾਂ ਰਾਈਟ ਇਹਦਾ ਇੱਧਰ ਨੂੰ ਆਊਗਾ। ਫਿਰ ਉਹਨੇ ਜਾ ਕੇ ਇੱਥੇ ਰਾਈਟ ਲਿਆ, ਅਗਰ ਇੱਥੇ ਰਾਈਟ ਲਿਆ ਤਾਂ ਫਿਰ ਉੱਪਰ ਨੂੰ ਚਲਾ ਗਿਆ। ਅਗਰ ਰਾਈਟ ਲਿਆ ਤਾਂ ਉਹ ਕਿਹੜੀ ਡਾਇਰੈਕਸ਼ਨ ਨੂੰ ਹੁਣ ਦੇਖ ਰਿਹਾ, ਕਿਹੜੀ ਡਾਇਰੈਕਸ਼ਨ ਨੂੰ ਦੇਖ ਰਿਹਾ, ਉੱਪਰ ਨੂੰ ਨਾਰਥ ਬੋਲਦੇ ਆ, ਤਾਂ ਆਪਸ਼ਨ ਨੰਬਰ ਬੀ ਇਹਦਾ ਬਿਲਕੁਲ ਸਹੀ ਹੋਊਗਾ। ਇੱਕ ਗੱਲ ਧਿਆਨ ਰੱਖਣਾ, ਅਗਰ ਫਿਊਚਰ ਵਿੱਚ ਸਿਰਫ ਆਪਣੇ ਕੋਲੇ ਇਦਾਂ ਦਾ ਕੁਐਸਚਨ ਆ ਗਿਆ, ਉਹਨੇ ਇਹ ਪੁੱਛ ਲਿਆ ਕਿ ਇਹ ਦੱਸੋ ਇਹਦਾ ਡਿਸਟੈਂਸ ਕਿੰਨਾ, ਸਟਾਰਟਿੰਗ ਤੋਂ ਲਾਸਟ ਤੱਕ ਦਾ ਡਿਸਟੈਂਸ ਕਿੰਨਾ ਆਪਣੇ ਕੋਲੇ, ਤਾਂ ਆਂਸਰ ਆਪਣੇ ਕੋਲੇ CND ਹੋਊਗਾ। ਆਪਾਂ ਨੂੰ ਦੱਸੇ ਨੇ 1 ਕਿਲੋਮੀਟਰ 2 ਕਿਲੋਮੀਟਰ ਕਿੰਨਾ, ਆਪਾਂ ਨੂੰ ਜਦ ਪਤਾ ਨਹੀਂ ਤਾਂ ਆਪਾਂ ਆਂਸਰ ਕੀ ਕਰਾਂਗੇ, CND ਕਰਾਂਗੇ। ਕਲੀਅਰ। ਕੁਐਸਚਨ ਨੰਬਰ 88 ਦੇ ਉੱਪਰ ਚੱਲਦੇ ਹਾਂ। The ratio of the number of the girls and boys participate in the sports of a class is 4:5. If the number of girls is 212, determine the number of boys participate in the sports। ਕਾਫੀ ਈਜ਼ੀ ਕੁਐਸਚਨ ਸੀਗਾ, ਅਗਰ ਤੁਸੀਂ ਰੇਸ਼ੋ ਪ੍ਰੋਪੋਰਸ਼ਨ ਫਿਰਦੌਸੀ ਬੈਚ ਕਰ ਲਓ ਤਾਂ ਇਹ ਇਦਾਂ ਦੇ ਕੁਐਸਚਨ ਥੋੜੇ ਈਜ਼ੀਲੀ ਹੋਣੇ ਸ਼ੁਰੂ ਹੋ ਜਾਣਗੇ। ਬॉयਜ਼ ਐਂਡ ਗਰਲਸ ਦੀ ਜਿਹੜੀ ਆਪਣੇ ਕੋਲੇ ਇੱਥੇ ਰੇਸ਼ੋ ਆ, ਆਪਣੇ ਕੋਲੇ ਕਿੰਨੀ ਗਿਵਨ ਆ 4 and 5, ਤਾਂ 4 ਜਿਹੜੇ ਆਪਣੇ ਕੋਲੇ ਗਰਲਸ ਆ ਉਹਦੀ ਵੈਲਿਊ ਕਿੰਨੀ ਆ ਆਪਣੇ ਕੋਲੇ 212, ਤਾਂ 1 ਦੀ ਵੈਲਿਊ ਕਿੰਨੀ ਹੋ ਜੂਗੀ, ਕੱਟਿਆ ਜਾਊਗਾ 53। ਉਹਨਾਂ ਨੇ ਪੁੱਛਿਆ ਆਪਣੇ ਕੋਲੇ ਬॉयਜ਼, ਤਾਂ ਬॉयਜ਼ ਦੀ ਵੈਲਿਊ ਕਿੰਨੀ ਹੈਗੀ ਆ ਮੇਰੇ ਕੋਲੇ ਇੱਥੇ 5, ਤਾਂ 5 ਦੀ ਵੈਲਿਊ ਹੋ ਜੂਗੀ ਇੱਥੇ 53 ਮਲਟੀਪਲਾਈ ਬਾय 5, so we can say easily 265। that is the right answer, option number B। question number 89 ਦੇ ਉੱਪਰ ਚੱਲਦੇ ਆ। Two car cover the same distance at a speed of 60 and 64 km respectively। Find the distance traveled by them if the slower car take 1 hour more than the faster car। ਕਾਫੀ easy question ਆ, but ਅਗਰ ਤੁਸੀਂ distance by speed ਕਰੋਗੇ ਤਾਂ 1 ਸੈਕਿੰਡ, ਮੈਂ ਕਹਿ ਸਕਦਾ 10 ਤੋਂ 15 ਸੈਕਿੰਡ ਥੋੜੇ ਜ਼ਿਆਦਾ ਲੱਗ ਜਾਣਗੇ। ਸਿੰਪਲ ਤਾਂ ਹੋਊਗਾ ਅਗਰ ਤੁਹਾਨੂੰ ਬੇਸਿਕ ਆਂਦਾ ਹੋਵੇ। ਬੇਸਿਕ ਇਹਦਾ ਕੀ ਆ ਕਿ ਅਗਰ ਮੈਂ ਇੱਥੇ ਸਿੱਧਾ ਸਪੀਡ ਦੀ ਰੇਸ਼ੋ ਪੁੱਛਾਂ ਤਾਂ ਸਪੀਡ ਹੈਗੀ ਇੱਕ ਦੀ 60, ਇੱਕ ਦੀ ਸਪੀਡ 60 ਆ, ਦੂਜੇ ਦੀ 64, ਤਾਂ ਇਹਨਾਂ ਦੀ ਰੇਸ਼ੋ 15 4 ਦੇ ਟੇਬਲ ਤੇ ਕੱਟ ਦਿੰਦੇ ਆ, ਤਾਂ ਇਹਨਾਂ ਦੀ ਸਪੀਡ ਦੀ ਰੇਸ਼ੋ ਆ ਜਾਊਗੀ 15:16। ਅਗਰ ਇਹ ਸਪੀਡ ਦੀ ਰੇਸ਼ੋ ਹੋਵੇ ਤਾਂ ਜਦੋਂ ਸੇਮ ਡਿਸਟੈਂਸ ਹੋਵੇ ਤਾਂ ਇਹਦਾ ਜਿਹੜੀ ਸਪੀਡ ਨਾਲੋਂ ਜਿਹੜਾ ਟਾਈਮ ਦੀ ਰੇਸ਼ੋ ਹੁੰਦੀ ਆ ਉਹ ਉਲਟੀ ਹੋ ਜਾਂਦੀ ਆ। ਅਗਰ ਮੈਂ ਇੱਥੇ ਲਿਖਾਂ ਤਾਂ ਸਪੀਡ ਦੀ ਰੇਸ਼ੋ ਮੇਰੇ ਕੋਲੇ 15:16, ਤਾਂ ਟਾਈਮ ਹੋ ਜਾਊਗਾ 1/15 1/16। ਹੁਣ 1/15 1/16 ਆਪਾਂ ਡਾਇਰੈਕਟ ਮਲਟੀਪਲਾਈ ਕਰ ਸਕਦੇ ਆ ਕ੍ਰੋਸ, ਤਾਂ ਆਪਣੇ ਕੋਲੇ ਡਾਇਰੈਕਟ 16 ਤੇ 15 ਇੱਥੇ ਆ ਜਾਊਗਾ। ਕਲੀਅਰ। ਤਾਂ ਜਿਹੜਾ ਟਾਈਮ ਦੀ ਰੇਸ਼ੋ ਆਪਣੇ ਕੋਲੇ ਇਹ ਆ, ਤਾਂ ਟਾਈਮ ਵਿੱਚ ਡਿਫਰੈਂਸ ਕਿੰਨਾ ਆਪਣੇ ਕੋਲੇ 1, ਔਰ ਗਿਵਨ ਵੀ ਕਿੰਨਾ ਆਪਣੇ ਕੋਲੇ ਇੱਥੇ 1 ਆਰ। ਅਗਰ 1 ਦੀ ਵੈਲਿਊ 1 ਆਰ ਹੋਵੇ ਤਾਂ 16 ਦੀ ਵੈਲਿਊ ਇੱਥੇ 16 ਆਰ ਹੋਊਗੀ। ਮੈਂ ਇਹ ਕਹਿ ਸਕਦਾ ਜਿਹੜਾ 60 ਦੀ ਸਪੀਡ ਨਾਲ ਜਾ ਰਿਹਾ ਸੀਗਾ ਉਹ 16 ਘੰਟੇ ਗਿਆ ਹੋਊਗਾ। ਹੁਣ ਮੈਨੂੰ ਪਤਾ ਇੱਥੇ ਕਿ 60 ਨੂੰ ਅਗਰ 16 ਨਾਲ ਮਲਟੀਪਲਾਈ ਕਰੂੰਗਾ ਡਿਸਟੈਂਸ ਆਊਗਾ, ਕਿਉਂਕਿ ਸਪੀਡ ਇਨਟੂ ਟਾਈਮ ਕਰਾਂਗੇ ਤਾਂ ਡਿਸਟੈਂਸ, ਤਾਂ ਆਂਸਰ ਕਿੰਨਾ ਆ ਜਾਊਗਾ 960 ਕਿਲੋਮੀਟਰ। ਤਾਂ ਆਪਸ਼ਨ ਨੰਬਰ 3 ਇਹਦਾ ਬਿਲਕੁਲ ਸਹੀ ਆ। ਕੁਐਸਚਨ ਨੰਬਰ 90 ਦੇ ਉੱਪਰ ਚੱਲਦੇ ਹਾਂ। How many seconds will a train to 100 meter long take across a bridge of 150 meter long if the speed of the train is 36 km per hour। ਜਦੋਂ ਵੀ ਇਦਾਂ ਦਾ ਕੁਐਸਚਨ ਆਊਗਾ ਤਾਂ ਹਮੇਸ਼ਾ ਡਿਸਟੈਂਸ ਬਾਈ ਸਪੀਡ ਇਜ਼ ਇਕੁਅਲ ਟੂ ਟਾਈਮ ਕਰਨਾ ਹੁੰਦਾ। ਇਹ ਵੀ ਕੁਐਸਚਨ ਮੈਂ ਤੁਹਾਨੂੰ ਫਿਰਦੌਸੀ ਵਿੱਚ ਕਰਾਇਆ, ਜਾ ਕੇ ਚੈੱਕ ਕਰ ਲਓ। ਫਿਰਦੌਸੀ ਬੈਚ ਟ੍ਰੇਨਸ ਲਿਖੋਗੇ YouTube ਤੇ, ਇੱਕ ਹੀ ਵੀਡੀਓ ਮਿਲਣੀ ਆ ਤੁਹਾਨੂੰ, ਉੱਥੇ ਸਾਰਾ ਦਾ ਸਾਰਾ ਉੱਥੇ ਟ੍ਰੇਨ ਗਿਵਨ ਆ। ਕਲੀਅਰ। ਬੇਸਿਕ ਵੀ ਆ, ਹਾਈ ਲੈਵਲ ਵੀ ਆ, SSC ਲੈਵਲ ਵੀ ਆ, ਬੈਂਕ ਲੈਵਲ ਵੀ ਆ, CSET ਲੈਵਲ ਵੀ ਆ, ਠੀਕ ਹੈ, FCAT CDS ਸਾਰੇ ਲੈਵਲ ਉੱਥੇ ਅਵੇਲੇਬਲ ਆ। ਹੁਣ ਅਗਰ ਡਿਸਟੈਂਸ ਬਾਈ ਸਪੀਡ ਕਰਾਂਗੇ ਟਾਈਮ ਆਊਗਾ, ਉਹਨਾਂ ਨੇ ਆਪਣੇ ਕੋਲੋਂ ਟਾਈਮ ਪੁੱਛਿਆ ਹੋਊਗਾ, ਤਾਂ ਆਪਾਂ ਦੇਖੋ ਡਿਸਟੈਂਸ ਕਿੰਨਾ ਆਊਗਾ। ਇੱਕ ਤਾਂ ਡਿਸਟੈਂਸ ਟ੍ਰੇਨ ਦਾ ਆ ਗਿਆ, ਟ੍ਰੇਨ ਦੀ ਆਪਣੀ ਲੰਬਾਈ, ਇੱਕ ਆ ਗਈ ਬ੍ਰਿਜ ਦੀ ਲੰਬਾਈ, ਤਾਂ ਟੋਟਲ ਡਿਸਟੈਂਸ ਆਪਣੇ ਕੋਲੇ 250 ਹੋ ਗਿਆ। ਡਿਵਾਈਡ ਬਾਈ ਸਪੀਡ ਕਿੰਨੀ ਆ 36 ਕਿਲੋਮੀਟਰ ਪਰ ਆਰ ਨੂੰ 5/18 ਕਰਨਾ ਪਊਗਾ। ਕਿਉਂ 5/18 ਕਰਾਂਗੇ ਤਾਂ ਕਿਲੋਮੀਟਰ ਪਰ ਆਰ ਆਪਣਾ ਮੀਟਰ ਪਰ ਸੈਕਿੰਡ 'ਚ ਕਨਵਰਟ ਹੋ ਜਾਊਗਾ। ਤਾਂ ਆਪਣੇ ਕੋਲੇ ਆਂਸਰ ਕਿੰਨਾ ਆ ਜਾਊਗਾ ਇੱਥੇ 250, ਇੱਥੇ ਕੱਟ ਲਾਂਗੇ ਆਪਣੇ ਕੋਲੇ 2, ਤਾਂ ਇਹ ਹੋ ਜਾਊਗਾ ਆਪਣੇ ਕੋਲੇ 10 ਉਹਦੇ ਨਾਲ ਕੱਟਾਂਗੇ ਤਾਂ ਆਪਣੇ ਕੋਲ ਆਊਗਾ 25 ਸੈਕਿੰਡ। ਤਾਂ 25 ਸੈਕਿੰਡ ਲੱਗੇ ਹੋਣੇ ਆ। ਆਪਸ਼ਨ ਨੰਬਰ 3 ਇਹਦਾ
बिल्कुल सही होगा। क्वेश्चन नंबर 91 ਦੇ ਉੱਪਰ ਚੱਲਦੇ ਹਾਂ। A takes twice as much time as B or thrice as much as time C to finish the piece of work together. Working together, they can finish the work in 2 days. In how many days B can do the work alone? ਕਾਫੀ ਵਧੀਆ ਕੁਐਸਚਨ ਹੈ। ਇਦਾਂ ਦੇ ਕੁਐਸਚਨ ਵੀ ਫਿਰਦੌਸੀ ਬੈਚ ਅਵੇਲੇਬਲ ਆ। ਸਭ ਤੋਂ ਪਹਿਲਾਂ ਅਗਰ ਗੱਲ ਕਰਾਂ ਮੈਂ A, B ਤੇ C ਦੀ, ਜਿਹੜਾ C ਆ ਤੇ B ਆ ਉਹਦਾ ਕੰਪੇਅਰ A ਨਾਲ ਆ। A ਨਾਲ ਕੀ ਕੰਪੇਅਰ ਹੈ? ਇੱਕ ਵਾਰ ਟਵਾਈਸ ਆ, ਇੱਕ ਵਾਰ ਥਰਾਈਸ ਆ। ਤਾਂ ਟਵਾਈਸ ਥਰਾਈਸ ਦਾ ਕੰਬੀਨੇਸ਼ਨ ਆਪਾਂ A ਨੂੰ ਮੰਨ ਲੈਂਦੇ ਆ 6। ਤਾਂ B ਕਿੰਨਾ ਸੀਗਾ? B ਤੋਂ ਟਵਾਈਸ ਆ, B ਤੋਂ ਟਵਾਈਸ ਆ ਤਾਂ B ਉਹਦਾ 1/2 ਹੋਊਗਾ। ਤੇ C ਤੋਂ ਥਰਾਈਸ ਆ, C ਤੋਂ ਥਰਾਈਸ ਆ ਤਾਂ 6 ਦਾ 1/3 ਆਪਣੇ ਕੋਲੇ C ਹੋਊਗਾ ਤਾਂ C ਆਪਣੇ ਕੋਲ 2 ਹੋਊਗਾ। ਚੈੱਕ ਵੀ ਕਰ ਲਓ, ਇਹਦਾ ਥਰਾਈਸ ਹੋ ਜਾਊਗਾ, ਇਹਦਾ ਟਵਾਈਸ ਹੋ ਜਾਊਗਾ। ਇਹ ਹੈ ਕੀ ਆਪਣੇ ਕੋਲੇ? ਇਹ ਹੈ ਆਪਣੇ ਕੋਲੇ ਇੱਥੇ ਟਾਈਮ। ਕਿੱਥੇ ਲਿਖਿਆ ਹੋਇਆ? ਇੱਥੇ ਚੈੱਕ ਕਰ ਲਓ, ਆਪਣੇ ਕੋਲ ਟੇਕਸ ਟਾਈਮ ਲਿਖਿਆ ਹੋਇਆ ਆਪਣੇ ਕੋਲ। ਹੁਣ ਟਾਈਮ ਸੀ ਆ ਤਾਂ ਐਫੀਸ਼ੀਐਂਸੀ ਕੀ ਹੁੰਦੀ ਆ? ਐਫੀਸ਼ੀਐਂਸੀ ਹਮੇਸ਼ਾ ਇਹਦਾ ਉਲਟਾ ਹੁੰਦੀ ਆ 1/6, 1/3, 1/2। ਸੇਮ ਉਦਾਂ ਹੀ ਜਿੱਦਾਂ ਆਪਣੇ ਕੋਲ ਡਿਸਟੈਂਸ ਸੇਮ ਹੁੰਦਾ ਤਾਂ ਟਾਈਮ ਇਨਵਰਸਲੀ ਟੂ ਸਪੀਡ ਹੁੰਦੀ ਆ। ਇਹਦੇ ਵਿੱਚ ਅਗਰ ਵਰਕ ਸੇਮ ਹੋਊਗਾ ਤਾਂ ਸਪੀਡ ਇਨਵਰਸਲੀ ਟੂ ਟਾਈਮ ਇਨਵਰਸਲੀ ਟੂ ਐਫੀਸ਼ੀਐਂਸੀ ਹੋ ਜਾਊਗਾ। ਕਲੀਅਰ? ਸੋ ਹੁਣ ਇਹਨੂੰ ਸੋਲਵ ਕਰਨਾ ਆਉਣਾ ਚਾਹੀਦਾ। ਡਿਨੋਮੀਨੇਟਰ ਦੇ ਅੰਦਰ 6 3 2 ਹੈਗਾ ਤਾਂ ਇਹਨਾਂ 6 3 2 ਦਾ ਐਲਸੀਐਮ 6 ਆਊਗਾ। 6 ਨਾਲ ਮਲਟੀਪਲਾਈ ਕਰਾਂਗੇ, ਇੱਥੇ 1 ਹੋ ਜਾਊਗਾ, ਇੱਥੇ ਆਪਣੇ ਕੋਲ 2, ਇੱਥੇ ਆਪਣੇ ਕੋਲ 3। ਹੁਣ ਇਹ ਆਪਣੇ ਕੋਲੇ ਤਿੰਨਾਂ ਦੀ ਐਫੀਸ਼ੀਐਂਸੀ ਆ ਚੁੱਕੀ ਆ। ਤਿੰਨਾਂ ਹੀ ਐਫੀਸ਼ੀਐਂਸੀ ਨਾਲ ਮਿਲ ਕੇ ਕਿੰਨਾ ਕੰਮ ਕਰਨਗੇ? 1 2 3 3 ਤੇ 3 6। 6 ਦੀ ਐਫੀਸ਼ੀਐਂਸੀ ਨਾਲ ਕੰਮ ਕਰਨਗੇ। 6 ਦੀ ਐਫੀਸ਼ੀਐਂਸੀ ਨਾਲ ਉਹ 2 ਦਿਨ ਲਗਾਤਾਰ ਕੰਮ ਕਰਦੇ ਆ ਤਾਂ ਕੰਮ ਕੀਤਾ ਹੋਣਾ ਉਹਨਾਂ ਨੇ 12 ਯੂਨਿਟ ਦਾ। 12 ਯੂਨਿਟ ਦਾ ਕੰਮ ਕੌਣ ਕਰਨਾ ਚਾਹੁੰਦਾ? ਹੁਣ ਇੱਥੇ B ਇਕੱਲਾ, ਤਾਂ B ਇਕੱਲੇ ਦੀ ਐਫੀਸ਼ੀਐਂਸੀ ਨਾਲ ਇੱਥੇ ਡਿਵਾਈਡ ਕਰਾਂਗੇ ਤਾਂ ਇਹਨੂੰ ਟੋਟਲ 6 ਦਿਨ ਲੱਗਣਗੇ। ਤਾਂ ਆਪਸ਼ਨ ਨੰਬਰ D ਬਿਲਕੁਲ ਸਹੀ ਆ। ਕੁਐਸਚਨ ਨੰਬਰ 92 ਦੇ ਉੱਪਰ ਚੱਲਦੇ ਹਾਂ। 12 men or 16 women can do a piece of work in 172 days. How long will 21 men and 15 women to do the same work in how many days? ਠੀਕ ਹੈ। ਸੇਮ ਵਰਕ ਜਦੋਂ ਵੀ ਪੁੱਛਿਆ ਹੋਊਗਾ ਜਾਂ ਇਦਾਂ ਦਾ ਕੁਐਸਚਨ ਹੋਊਗਾ, ਇਹ ਟੌਪਿਕ ਦਾ ਨਾਮ ਹੈਗਾ ਆਪਣੇ ਕੋਲ ਚੇਨ ਰੂਲ। ਚੇਨ ਰੂਲ ਬਹੁਤ ਹੀ ਜ਼ਿਆਦਾ ਆਸਾਨ ਟੌਪਿਕ ਆ। ਪਹਿਲੀ ਗੱਲ ਤਾਂ ਮੈਂ ਸਿੱਧਾ ਕਲੀਅਰ ਦੱਸ ਰਿਹਾ, ਅਗਰ ਪੜ੍ਹਨਾ ਤਾਂ ਫਿਰਦੌਸੀ ਬੈਚ ਜਾ ਕੇ ਪੜ੍ਹ ਲਓ, YouTube ਤੇ ਅਵੇਲੇਬਲ ਆ। ਸਾਰੇ ਦਾ ਸਾਰਾ ਫ੍ਰੀ ਕੋਰਸ ਆ। ਜਿੰਨੇ ਵੀ ਤੁਸੀਂ ਪੇਡ ਕੋਰਸ ਅੱਜ ਤੱਕ ਪੜ੍ਹਿਆ ਉਹਨਾਂ ਤੋਂ ਵੀ ਬੈਸਟ ਕੋਰਸ ਅਵੇਲੇਬਲ ਆ ਫਿਰਦੌਸੀ YouTube ਤੇ ਫ੍ਰੀ। ਠੀਕ ਹੈ। ਹੁਣ ਚੇਨ ਰੂਲ ਦੀ ਗੱਲ ਕਰੀਏ, ਚੇਨ ਰੂਲ ਹੁੰਦਾ ਕਿ ਆਪਣੇ ਕੋਲੇ M1T1 ਡਿਵਾਈਡ ਬਾਈ W1 ਇਜ਼ ਇਕੁਅਲ ਟੂ M2T2 ਡਿਵਾਈਡ ਬਾਈ W2। M ਆਪਣੇ ਕੋਲੇ ਨੰਬਰ ਆਫ ਪਰਸਨ, T ਆਪਣੇ ਕੋਲੇ ਟਾਈਮ, W ਆਪਣੇ ਕੋਲੇ ਵਰਕ ਹੁੰਦਾ। ਇਹ ਤਿੰਨੇ ਚਾਰ ਚੀਜ਼ਾਂ ਤੁਸੀਂ ਯਾਦ ਰੱਖਣੀਆਂ। ਹੁਣ ਜਾਂ ਤਾਂ ਆਪਾਂ ਇਹਨੂੰ ਪ੍ਰੋਪਰਲੀ ਯੂਜ਼ ਕਰਨਾ ਸਿੱਖ ਲਈਏ, ਥੋੜਾ ਜਿਹਾ ਇੱਕ ਸਟੈਪ ਲੈਂਥੀ ਹੋ ਜਾਂਦਾ, ਜਾਂ ਫਿਰ ਆਪਾਂ ਨੂੰ ਐਫੀਸ਼ੀਐਂਸੀ ਮੈਥਡ ਚੰਗੇ ਤਰੀਕੇ ਨਾਲ ਆਉਣਾ ਚਾਹੀਦਾ। ਐਫੀਸ਼ੀਐਂਸੀ ਮੈਥਡ ਦਾ ਮਤਲਬ ਕੀ ਹੁੰਦਾ ਕਿ ਆਪਾਂ ਵਰਕ ਨੂੰ ਡਿਵਾਈਡ ਬਾਈ ਐਫੀਸ਼ੀਐਂਸੀ ਕਰਾਂਗੇ ਤਾਂ ਟਾਈਮ ਆਊਗਾ। ਅਗਰ ਵਰਕ ਕੱਢਣਾ ਤਾਂ ਐਫੀਸ਼ੀਐਂਸੀ ਇਨਟੂ ਟਾਈਮ ਕਰ ਲਾਂਗੇ। ਅਗਰ ਆਪਾਂ ਐਫੀਸ਼ੀਐਂਸੀ ਕੱਢਣੀ ਆ ਤਾਂ ਵਰਕ ਬਾਈ ਟਾਈਮ ਕਰਕੇ ਐਫੀਸ਼ੀਐਂਸੀ ਕੱਢ ਲਾਂਗੇ। ਫਾਰਮੂਲਾ ਇੱਕੋ ਹੀ ਹੈ, ਇਹਨੂੰ ਬਸ ਕ੍ਰਾਸ ਮਲਟੀਪਲਾਈ ਕਰਕੇ ਅਲੱਗ-ਅਲੱਗ ਲਿਖਿਆ ਹੋਇਆ। ਦੋ ਮੈਥਡ ਆ, ਚਾਹੇ ਆਪਾਂ ਇਦਾਂ ਸੋਲਵ ਕਰ ਲਈਏ, ਚਾਹੇ ਆਪਾਂ ਇਦਾਂ ਸੋਲਵ ਕਰ ਲਈਏ, ਆਨਸਰ ਆਪਣਾ ਦੋਨਾਂ ਨਾਲ ਹੀ ਸਹੀ ਆਊਗਾ। ਠੀਕ ਹੈ। ਹਲੇ ਦੀ ਮੈਂ ਚੇਨ ਰੂਲ ਕਰਵਾ ਰਿਹਾ, ਬਟ ਅਗਰ ਇਹ ਵੀ ਸਿੱਖਣਾ ਹੈ ਫਿਰਦੌਸੀ ਬੈਚ ਜਾ ਕੇ ਕਵਰ ਕਰ ਲਓ। ਇਹ ਥੋੜਾ ਈਜ਼ੀ ਸਟੈਪ ਆ ਪਹਿਲਾਂ ਨਾਲੋਂ। ਹੁਣ ਸਭ ਤੋਂ ਪਹਿਲਾਂ ਜਦੋਂ ਵੀ ਆਪਣੇ ਕੋਲੇ ਇੱਥੇ ਔਰ ਲਿਖਿਆ ਹੋਊਗਾ, ਔਰ ਦਾ ਮਤਲਬ ਸਿਰਫ ਇੱਕ ਹੀ ਹੁੰਦਾ ਕਿ 12 men is equal to 16 women ਹੋਊਗਾ। ਹੁਣ 4 ਨਾਲ ਕੱਟ ਲਾਂਗੇ ਇਹਨੂੰ ਪ੍ਰੋਪਰਲੀ, ਤਾਂ 4 ਨਾਲ ਕੱਟਣ ਤੋਂ ਬਾਅਦ ਇਹ ਆਪਣੇ ਕੋਲੇ ਆ ਜਾਊਗਾ ਇੱਥੇ 3 men is equal to 4 women। ਕਲੀਅਰ? ਹੁਣ ਅਗਰ ਇਹ ਡਾਟਾ ਆ ਗਿਆ, ਉਹਨਾਂ ਨੇ ਪੁੱਛਿਆ ਕੀ ਹੋਇਆ ਆਪਣੇ ਕੋਲੇ? ਉਹਨੇ ਪੁੱਛਿਆ ਹੋਇਆ ਕਿ 21 ਮੈਨ, ਇੱਥੇ ਲਿਖਿਆ ਹੋਇਆ ਆਪਣੇ ਕੋਲ 21 ਮੈਨ ਪਲੱਸ 15 ਵੂਮੈਨ ਕਿੰਨੇ ਦਿਨਾਂ 'ਚ ਕੰਮ ਖਤਮ ਕਰਨਗੇ। ਹੁਣ ਆਪਾਂ ਇਹਨੂੰ 7 ਨਾਲ ਮਲਟੀਪਲਾਈ ਕਰ ਲੈਂਦੇ ਹਾਂ ਦੋਨਾਂ ਸਾਈਡ 7 ਨਾਲ ਮਲਟੀਪਲਾਈ ਕਰਾਂਗੇ ਤਾਂ ਇਹ ਆਪਣੇ ਕੋਲੇ 21 ਮੈਨ ਦੀ ਵੈਲਿਊ ਕੱਢ ਕੇ ਦਊਗਾ ਆਪਣੇ ਕੋਲੇ 28 ਵੂਮੈਨ। ਤਾਂ ਮੈਂ 21 ਮੈਨ ਨੂੰ ਇੱਥੇ ਰਿਪਲੇਸ ਕਰ ਦੂੰਗਾ ਤਾਂ ਇਹ ਹੋ ਜਾਊਗਾ ਮੇਰੇ ਕੋਲੇ 28 ਵੂਮੈਨ। 28 ਤੇ 15 ਕਿੰਨਾ ਹੋ ਜਾਊਗਾ ਮੇਰੇ ਕੋਲੇ 43। ਤਾਂ ਆਪਾਂ ਬੋਲ ਸਕਦੇ ਹਾਂ ਕਿ 43 ਵੂਮੈਨ ਕਿੰਨੇ ਦਿਨਾਂ 'ਚ ਕੰਮ ਖਤਮ ਕਰਨਗੇ, ਇਹ ਆਪਣੇ ਤੋਂ ਪੁੱਛਿਆ ਗਿਆ। ਔਰ ਗਿਵਨ ਕੀ ਸੀਗਾ? ਗਿਵਨ ਸੀਗਾ 16 ਵੂਮੈਨ ਉਹੀ ਕੰਮ ਨੂੰ 172 ਦਿਨਾਂ 'ਚ ਖਤਮ ਕਰਦੇ ਆ। ਸਟਾਰਟਿੰਗ ਵਾਲੀ ਲਾਈਨ 'ਚ ਲਿਖਿਆ ਹੋਇਆ, ਅਗਰ ਲਿਖਿਆ ਹੋਇਆ ਤਾਂ ਆਪਾਂ ਸਿਰਫ ਇੰਨੇ ਡਾਟਾ ਤੇ ਆਪਾਂ ਚੇਨ ਰੂਲ ਲਗਾਵਾਂਗੇ। ਇਹਨੂੰ ਆਪਾਂ ਮੰਨਾਂਗੇ ਇੱਥੇ M1 ਮਲਟੀਪਲਾਈ ਬਾਈ ਇਹ ਆਪਣੇ ਕੋਲੇ ਟਾਈਮ ਡਿਵਾਈਡ ਬਾਈ ਵਰਕ ਪਤਾ ਨਹੀਂ ਕੀ ਹੋਊਗਾ। ਦੂਸਰਾ M2 ਆਪਣੇ ਕੋਲੇ 43 ਮਲਟੀਪਲਾਈ ਬਾਈ ਦਾ ਟਾਈਮ T2 ਡਿਵਾਈਡ ਬਾਈ ਦਾ ਵਰਕ ਆਪਣੇ ਕੋਲੇ ਸੇਮ ਵਰਕ ਲਿਖਿਆ ਹੋਇਆ ਸੀ ਤਾਂ ਸੇਮ ਵਰਕ ਨਾਲ ਹੀ ਕੱਟਿਆ ਗਿਆ। 43 ਆਪਣੇ ਕੋਲ ਇਹਦੇ ਨਾਲ ਕੱਟਿਆ ਗਿਆ 4 ਵਾਰ ਤਾਂ x ਦੀ ਵੈਲਿਊ ਕਿੰਨੀ ਆ ਜਾਊਗੀ 64 ਡੇਜ਼। ਤਾਂ ਆਪਸ਼ਨ ਨੰਬਰ ਆਪਣਾ A ਬਿਲਕੁਲ ਸਹੀ ਆ। ਕੁਐਸਚਨ ਨੰਬਰ 93 ਦੇ ਉੱਪਰ ਚੱਲਦੇ ਹਾਂ। The ratio of the present age of the father to that of son is 7:2. After 10 years, their age will be in the ratio 9:4. The present age of the father is ਕਾਫੀ ਵਧੀਆ ਕੁਐਸਚਨ ਆ। ਪ੍ਰੋਬਲਮ ਔਨ ਏਜ ਵਿੱਚ ਕਰਵਾਇਆ ਹੋਇਆ, ਤੁਸੀਂ ਇਹਨੂੰ ਡਾਇਰੈਕਟ ਬਾਈ ਆਪਸ਼ਨ ਵੀ ਹਿੱਟ ਐਂਡ ਟ੍ਰਾਇਲ ਕਰ ਸਕਦੇ ਹੋ। ਅਗਰ ਆਪ ਸਿੱਖਣਾ ਪ੍ਰੋਪਰਲੀ ਉਹ ਵੀ ਆਪਾਂ ਸਿੱਖਾਂਗੇ, ਬਟ ਸਭ ਤੋਂ ਪਹਿਲਾਂ ਅਗਰ ਮੈਂ ਇੱਥੇ ਫਾਦਰ ਤੇ ਇੱਥੇ ਸਨ ਦੀ ਏਜ ਦੀ ਗੱਲ ਕਰੂੰਗਾ ਤਾਂ 7:2 ਆਊਗਾ। ਹੁਣ ਸਿੱਧਾ ਹੀ ਚੈੱਕ ਕਰ ਲਓ, ਜਿਹੜਾ ਫਾਦਰ ਆ ਉਹ ਆਪਣੇ ਕੋਲੇ 7 ਆ, ਇਹ ਪ੍ਰੈਜ਼ੈਂਟ ਆ ਤਾਂ ਆਨਸਰ 7 ਦਾ ਮਲਟੀਪਲ 1 ਹੀ ਦਿਖ ਰਿਹਾ ਆਪਾਂ ਨੂੰ। ਇਹੀ ਇਸ ਕੁਐਸਚਨ ਦਾ ਸਹੀ ਉੱਤਰ ਹੋਊਗਾ। ਕਲੀਅਰ ਆ?
ਬਾਕੀ ਆਪਾਂ ਪ੍ਰੋਪਰ ਸਿੱਖਾਂਗੇ ਕਿੱਦਾਂ ਬਣਿਆ, ਬਟ ਹਲੇ ਦੀ ਆਪਾਂ ਡਾਇਰੈਕਟ ਆਨਸਰ ਮਾਰਕ ਕਰ ਸਕਦੇ ਸੀਗੇ। ਅਗਰ ਆਪਣੇ ਕੋਲੇ ਮੰਨ ਲਓ ਦੋ ਆਪਸ਼ਨ ਆਏ ਦੇ 7 ਦੇ ਮਲਟੀਪਲ, ਫਿਰ ਆਪਾਂ ਨੂੰ ਪ੍ਰੋਸੈਸ ਕਰਨਾ ਜ਼ਰੂਰੀ ਆ। ਹੁਣ ਆਪਾਂ ਅਗਰ ਚੈੱਕ ਕਰੀਏ ਦੂਸਰੇ ਆਪਸ਼ਨ, ਦੂਸਰੀ ਰੇਸ਼ੋ ਹੈਗੀ ਆਪਣੇ ਕੋਲੇ 9:4। ਜਦੋਂ ਵੀ ਰੇਸ਼ੋ ਹੋਗੀ ਤੇ ਆਪਣੇ ਕੋਲੇ ਹਮੇਸ਼ਾ ਇਹਦੇ ਨਾਲ ਕੋਈ ਨਾ ਕੋਈ ਮਲਟੀਪਲ ਹੋਊਗਾ, ਉਹਨੂੰ ਆਪਾਂ x ਲੈ ਲੈਂਦੇ ਆ ਤੇ ਰੇਸ਼ੋ ਨੂੰ ਹੀ ਆਪਾਂ ਕੀ ਬੋਲਦੇ ਆ, ਫ੍ਰੈਕਸ਼ਨ ਵੈਲਿਊ 7x/2x। ਕਲੀਅਰ, ਰੇਸ਼ੋ ਨੂੰ ਹੀ ਫ੍ਰੈਕਸ਼ਨ ਵੈਲਿਊ ਬੋਲਦੇ ਆ। ਰੇਸ਼ੋ ਦੇ ਨਾਲ ਹਮੇਸ਼ਾ ਇੱਕ ਕਾਂਸਟੈਂਟ ਮਲਟੀਪਲਾਈ ਹੋਣਾ ਹੀ ਹੋਣਾ, ਚਾਹੇ x ਲੈ ਲਓ y ਲੈ ਲਓ, ਤੁਹਾਡੀ ਮਰਜ਼ੀ ਆ। ਹੁਣ ਜਿਹੜੀ ਵੀ ਰੇਸ਼ੋ ਸੀ ਇਹ ਚ 10-10 ਸਾਲ ਐਡ ਕਰ ਲਓ। ਜਿਹੜਾ ਫਾਦਰ ਸੀ ਉਹਦੇ ਵੀ 10 ਸਾਲ ਵਧਾਤੇ, ਜਿਹੜਾ ਸਨ ਸੀ ਉਹਦੇ ਵੀ 10 ਸਾਲ ਵਧਾਤੇ, ਤਾਂ ਇਹਨਾਂ ਦੀ ਜਿਹੜੀ ਰੇਸ਼ੋ ਹੈਗੀ ਆ ਉਹ 9:4 ਬਣ ਗਈ। ਕਈ ਵਾਰ ਸਟੂਡੈਂਟ ਦੇ ਦਿਮਾਗ ਚ ਆਊਗਾ ਸਰ ਇੱਥੇ ਵੀ ਤਾਂ ਕਾਮਨ ਮਲਟੀਪਲ ਲਾਵਾਂਗੇ y ਆਪ ਰੱਖੋਗੇ ਕੱਟ ਜੂਗਾ, ਕੱਟ ਹੋ ਜੂਗਾ, ਫਿਰ 9:4 ਹੀ ਬਚਣਾ। ਤਾਂ ਹੁਣ ਆਪਾਂ ਕ੍ਰਾਸ ਮਲਟੀਪਲਾਈ ਕਰਾਂਗੇ, ਇੱਥੇ ਆ ਜਾਊਗਾ 28x + 40 that is equal to 18x + 90। so we can say 10x that must be equal to 50, so we can say x is equal to 5। x ਦੀ ਵੈਲਿਊ 5 ਆ ਚੁੱਕੀ ਆ। ਹੁਣ ਆਪਾਂ ਫਾਦਰ ਨਾਲ ਕੈਲਕੂਲੇਸ਼ਨ ਕਰਨੀ ਆ, ਤਾਂ ਫਾਦਰ ਕਿੰਨਾ ਆਪਣੇ ਕੋਲੇ 7x, ਮਤਲਬ 7 × 5 ਕਰਾਂਗੇ ਤਾਂ ਫਾਦਰ ਦੀ ਉਮਰ 35 ਆਊਗੀ ਪ੍ਰੈਜ਼ੈਂਟਲੀ। ਇਹ ਇਸ ਕੁਐਸਚਨ ਦਾ ਸਹੀ ਉੱਤਰ ਆ। ਕੁਐਸਚਨ ਨੰਬਰ 17 ਦੇ ਉੱਪਰ, ਕੁਐਸਚਨ ਨੰਬਰ ਨੈਕਸਟ ਦੇ ਉੱਪਰ ਚੱਲਦੇ ਆ। How many times a day are the hand of a clock straight line but opposite in direction? Okay, ਤਾਂ opposite in direction ਨੂੰ ਤੁਸੀਂ ਯਾਦ ਰੱਖ ਸਕਦੇ ਹੋ, 180 ਡਿਗਰੀ ਵੀ ਬੋਲਿਆ ਜਾਂਦਾ ਤੇ ਇੱਕ ਦਿਨ ਚ 22 ਵਾਰ ਹੁੰਦਾ ਹੈ, ਯਾਦ ਕਰ ਲਓ। ਇੱਕ ਦਿਨ ਦੇ ਵਿੱਚ ਹਮੇਸ਼ਾ ਲਈ ਯਾਦ ਰੱਖੋਗੇ, ਇੱਕ ਦਿਨ ਵਿੱਚ 22 ਵਾਰ ਹੁੰਦਾ। ਕਿਹੜਾ 180 ਡਿਗਰੀ ਤੇ 0 ਡਿਗਰੀ ਵੀ ਇੱਕ ਦਿਨ ਦੇ ਵਿੱਚ ਕੀ ਹੁੰਦਾ ਆਪਣੇ ਕੋਲੇ 22 ਵਾਰ ਹੁੰਦਾ ਨਾ। ਇਹ ਵੀ ਸਟ੍ਰੇਟ ਲਾਈਨ ਹੁੰਦਾ, ਇਹ ਵੀ ਸਟ੍ਰੇਟ ਲਾਈਨ ਹੁੰਦਾ। ਇਹਨੂੰ ਬੋਲਦੇ ਆਪਾਂ ਸਟ੍ਰੇਟ ਲਾਈਨ ਵਿਦ ਸੇਮ ਡਾਇਰੈਕਸ਼ਨ, ਇਹਨੂੰ ਬੋਲਦੇ ਆ ਆਪਾਂ ਆਪੋਜੀਟ ਡਾਇਰੈਕਸ਼ਨ। ਯਾਦ ਰੱਖ ਲਓ, ਦੋਨੋਂ ਹੀ ਆਪਣੇ ਕੋਲੇ ਆਪੋਜੀਟ ਡਾਇਰੈਕਸ਼ਨ ਵਾਲੇ ਨਹੀਂ ਹੁੰਦੇ, ਦੋਨੋਂ ਹੀ ਸੇਮ ਡਾਇਰੈਕਸ਼ਨ ਹੀ ਹੁੰਦੇ, ਦੋਨੋਂ ਸਟ੍ਰੇਟ ਲਾਈਨ ਹੁੰਦੇ ਆ। ਇੱਕ ਹੁੰਦਾ ਆਪੋਜੀਟ, ਇੱਕ ਹੁੰਦਾ ਸੇਮ ਡਾਇਰੈਕਸ਼ਨ, ਇੱਕ ਹੁੰਦਾ ਆਪੋਜੀਟ ਡਾਇਰੈਕਸ਼ਨ, ਇੱਕ ਹੁੰਦਾ ਸੇਮ ਡਾਇਰੈਕਸ਼ਨ। ਕਲੀਅਰ। ਹੁਣ ਇਹ ਵੀ ਪੁੱਛਿਆ ਜਾ ਸਕਦਾ ਕਿ ਸਟ੍ਰੇਟ ਲਾਈਨ ਇੱਕ ਦਿਨ ਚ ਕਿੰਨੀ ਵਾਰ ਹੋਊਗਾ, ਤਾਂ ਕਿੰਨੀ ਵਾਰ ਹੋਊਗਾ 44 ਟਾਈਮ ਵੀ ਆਪਣਾ ਆਨਸਰ ਮਾਰਕ ਕਰ ਸਕਦੇ ਆ ਅਗਰ ਪੁੱਛਿਆ ਜਾਵੇ ਡਾਇਰੈਕਟ ਸਟ੍ਰੇਟ ਲਾਈਨ। ਕਲੀਅਰ। ਕੁਐਸਚਨ ਨੰਬਰ 95 ਦੇ ਉੱਪਰ ਚੱਲਦੇ ਆ। The ratio of the two number is 5:6 and their LCM is 480, the HCF is। ਹੁਣ ਜਦੋਂ ਵੀ ਤੁਹਾਡੇ ਕੋਲੇ ਕਦੇ ਵੀ ਨੰਬਰ ਹੋਊਗਾ 5:6, ਮੈਂ ਹੁਣੀ ਦੱਸਿਆ ਇਹਨਾਂ ਨਾਲ ਕੋਈ ਨਾ ਕੋਈ ਨੰਬਰ ਕਾਮਨ ਮਲਟੀਪਲ ਹੋਊਗਾ ਹੀ ਹੋਊਗਾ, ਕਾਮਨ ਮਲਟੀਪਲ x ਹੀ ਹੋਊਗਾ। ਅਗਰ ਕਾਮਨ ਮਲਟੀਪਲ ਹੋਊਗਾ ਤਾਂ ਇਹਦਾ LCM ਕੀ ਹੋਊਗਾ? LCM ਹੁੰਦਾ ਕਿ ਇਹਨਾਂ ਤਿੰਨਾਂ ਦਾ ਕਾਮਨ ਮਲਟੀਪਲ ਸਾਰੇ ਲਿਖ ਦੋ। ਤਾਂ ਸਭ ਤੋਂ ਪਹਿਲਾਂ x ਲਿਖ ਲਓ, ਫਿਰ ਆਪਣੇ ਕੋਲੇ 5 ਲਿਖ ਲਓ, ਫਿਰ ਆਪਣੇ ਕੋਲੇ 6 ਲਿਖ ਲਓ। ਇਹੀ LCM ਹੋਊਗਾ ਇਹਨਾਂ ਦੋਨਾਂ ਦਾ। LCM ਕਿੰਨਾ ਗਿਵਨ ਆਪਣੇ ਕੋਲੇ 480, ਆਪਣੇ ਕੋਲੇ 30 ਆ, 30 ਇਹਦੇ ਨਾਲ ਕੱਟਿਆ ਜਾਊਗਾ 12 ਵਾਰ, ਤਾਂ x ਦੀ ਵੈਲਿਊ 12 ਆ ਜਾਊਗੀ। ਹੁਣ ਅਗਰ ਮੈਂ ਪੁੱਛਿਆ ਇਹਦਾ HCF ਕਿੰਨਾ ਹੋਊਗਾ, ਇਹਦਾ HCF x ਹੀ ਹੁੰਦਾ। HCF ਦਾ ਮਤਲਬ ਹੁੰਦਾ ਇਹਨਾਂ ਚ ਕਾਮਨ ਮਲਟੀਪਲ ਕੀ ਹੈਗਾ, ਕਾਮਨ ਮਲਟੀਪਲ ਤਾਂ ਭਈਆ x ਹੀ h। ਤਾਂ ਅਗਰ x ਹੀ ਹੋਊਗਾ ਤਾਂ x ਦੀ ਵੈਲਿਊ ਕਿੰਨੀ ਆ ਜਾਊਗੀ 12। ਤਾਂ ਆਪਸ਼ਨ ਨੰਬਰ ਆਪਣੇ ਕੋਲੇ ਇਹਦਾ ਹੋਣਾ ਚਾਹੀਦਾ C ਇਜ਼ ਦ ਰਾਈਟ ਆਨਸਰ। ਕੁਐਸਚਨ ਨੰਬਰ ਨੈਕਸਟ ਦੇ ਉੱਪਰ ਚੱਲਦੇ ਹਾਂ। ਕੈਲਕੂਲੇਟ ਦਾ ਅਮਾਉਂਟ ਆਫ 4480 ਐਟ 8% ਪਰ ਐਨਮ ਫॉर 3 ਇਅਰਸ। ਹੁਣ ਆਪਾਂ ਨੂੰ ਇੱਥੇ ਪਤਾ ਨਹੀਂ ਕਿ ਸਿੰਪਲ ਇੰਟਰਸਟ ਆ ਜਾਂ ਕੰਪਾਊਂਡ ਇੰਟਰਸਟ ਆ। ਜਦੋਂ ਵੀ ਡਾਟਾ ਨਹੀਂ ਗਿਵਨ ਹੋਊਗਾ ਤਾਂ ਆਪਾਂ ਬਾਈ ਡਿਫਾਲਟ ਕੀ ਲੈ ਕੇ ਚੱਲਦੇ ਆ, ਉਹਨੂੰ ਕੰਪਾਊਂਡ ਇੰਟਰਸਟ ਲੈ ਕੇ ਚੱਲਦੇ ਆ। ਨਹੀਂ, ਕੰਪਾਊਂਡ ਇੰਟਰਸਟ ਨਹੀਂ ਲੈ ਕੇ ਚੱਲਦੇ, ਹਮੇਸ਼ਾ ਯਾਦ ਰੱਖੋ ਸਿੰਪਲ ਇੰਟਰਸਟ ਹੀ ਮੰਨ ਕੇ ਚੱਲਦੇ ਆ। ਠੀਕ ਹੈ। ਹੁਣ ਆਪਣੇ ਕੋਲੇ ਪ੍ਰਿੰਸੀਪਲ ਆ, ਜਾਂ ਤਾਂ ਆਪਾਂ ਇਹ ਸੋਚ ਲਈਏ P × R × T ਡਿਵਾਈਡ ਬਾਈ 100 ਇਜ਼ ਇਕੁਅਲ ਟੂ SI। ਹੁਣ ਮੈਨੂੰ ਪਤਾ ਇੱਥੇ 4480 ਰੇਟ ਆਫ ਇੰਟਰਸਟ 8 ਐਂਡ ਟਾਈਮ 3 ਡਿਵਾਈਡ ਬਾਈ 100 ਕਰਾਂਗੇ ਤਾਂ ਆਪਣੇ ਕੋਲੇ SI ਆ ਜਾਊਗਾ। ਇੱਥੇ ਮਲਟੀਪਲਾਈ ਕਰਕੇ ਜਿੰਨਾ ਵੀ SI ਆਊਗਾ ਪੁਆਇੰਟਾਂ ਚ ਆ ਜਾਊਗਾ ਅਪਰੋਕਸੀਮੇਟ। ਹੁਣ SI ਆ ਜਾਊਗਾ ਤਾਂ ਆਪਾਂ ਨੂੰ ਉਹਨਾਂ ਨੇ ਅਮਾਉਂਟ ਪੁੱਛਿਆ ਹੋਇਆ। ਅਮਾਉਂਟ ਦਾ ਫਾਰਮੂਲਾ ਕੀ ਹੁੰਦਾ? ਅਮਾਉਂਟ ਦਾ ਫਾਰਮੂਲਾ ਹੁੰਦਾ ਪ੍ਰਿੰਸੀਪਲ ਪਲੱਸ SI। ਤਾਂ ਪ੍ਰਿੰਸੀਪਲ ਕਿੰਨਾ ਹੈਗਾ 4480, ਉਹਦੇ ਵਿੱਚ ਜਿੰਨਾ ਵੀ SI ਆਊਗਾ ਆਪਾਂ ਐਡ ਕਰ ਲਾਂਗੇ, ਆਨਸਰ ਆਊਗਾ। ਬਟ ਇਹਦੇ ਚ ਇੱਕ ਪ੍ਰੋਬਲਮ ਇਹ ਆ ਕਿ ਤੁਸੀਂ ਕੈਲਕੂਲੇਸ਼ਨ ਕਰੋਗੇ ਤਾਂ ਮੇਰੇ ਖਿਆਲ ਨਾਲ ਕੁਝ ਬੱਚਿਆਂ ਦੀ ਕੈਲਕੂਲੇਸ਼ਨ ਦੀ ਪ੍ਰੋਬਲਮ ਆਉਂਦੀ ਆ, ਤਾਂ 30 ਸੈਕਿੰਡ 35 ਸੈਕਿੰਡ ਲੱਗ ਜਾਂਦੇ ਆ। ਠੀਕ ਹੈ। ਹੁਣ ਅਗਰ ਕਿਸੇ ਨੂੰ ਇਹ ਪਤਾ ਹੋਵੇ ਕਿ ਆਪਣੇ ਕੋਲੇ ਹੋਰ ਕੁਛ ਨਹੀਂ, ਤਾਂ ਜਿਹੜਾ ਪ੍ਰਿੰਸੀਪਲ ਹੁੰਦਾ ਉਹ ਹਰ ਕੁਐਸਚਨ ਦਾ 100% ਹੁੰਦਾ। 100% ਦੀ ਵੈਲਿਊ ਆਪਣੇ ਕੋਲੇ 4480 ਗਿਵਨ ਆ। ਹੁਣ ਜਿਹੜਾ 8 × 3 ਕਰਾਂਗੇ ਤਾਂ ਸਿੱਧਾ ਸਿੰਪਲ ਇੰਟਰਸਟ ਆ ਜਾਊਗਾ 8% 1 ਸਾਲ ਲਈ, ਤਾਂ 3 ਸਾਲਾਂ ਲਈ 24%, ਤਾਂ ਸਿੰਪਲ ਇੰਟਰਸਟ ਆਪਣਾ 24% ਹੋ ਜਾਊਗਾ। ਹੁਣ ਅਗਰ ਮੈਂ ਪੁੱਛ ਲਾਂ ਕਿ ਯਾਰ ਅਮਾਉਂਟ ਕਿੰਨਾ ਹੋਊਗਾ, ਤਾਂ ਅਮਾਉਂਟ ਹੋ ਜਾਊਗਾ ਪ੍ਰਿੰਸੀਪਲ ਦਾ ਰੇਟ ਆਫ ਇੰਟਰਸਟ ਪਲੱਸ ਆਪਣੇ ਕੋਲੇ ਸਿੰਪਲ ਇੰਟਰਸਟ ਦਾ ਇੰਟਰਸਟ। ਸਿੰਪਲ ਇੰਟਰਸਟ ਕਿੰਨਾ ਹੋਊਗਾ 24, ਤਾਂ ਆਪਣੇ ਕੋਲੇ ਟੋਟਲ ਅਮਾਉਂਟ ਹੋ ਜੂਗੀ 124%। ਸਮਝ ਆ ਗਿਆ ਡਾਟਾ। ਹੁਣ ਆਪਾਂ ਇਹ ਲਿਖ ਸਕਦੇ ਹਾਂ ਕਿ 124 ਦੀ ਵੈਲਿਊ ਗਿਵਨ ਆ, 100 ਦੀ ਵੈਲਿਊ ਗਿਵਨ ਆ, 124 ਦੀ ਵੈਲਿਊ ਫਾਈਂਡ ਕਰ ਲਓ ਬਾਈ ਯੂਨਿਟਰੀ ਮੈਥਡ। ਹੁਣ ਉਸ ਤੋਂ ਵੀ ਆਸਾਨ ਤਰੀਕਾ ਕਿ ਅਗਰ ਆਪਾਂ ਇਹਦੇ ਸਿੱਧਾ 24% ਕੱਢ ਲਈਏ, 24% ਦਾ ਡਾਟਾ ਸੋਲਵ ਕਰ ਲਈਏ ਤਾਂ 10% ਕਿੰਨਾ ਹੋ ਜਾਊਗਾ 448। ਫਿਰ ਇਹਦਾ 10% ਕੱਢ ਲਓ, ਕਿੰਨਾ ਹੋ ਜਾਊਗਾ 448। ਹੁਣ ਇਹਦਾ 5% ਕੱਢ ਲਓ, 5% 10% ਦਾ ਹਾਫ ਹੋ ਜਾਊਗਾ 224। ਹੁਣ ਸਾਰਿਆਂ ਨੂੰ ਐਡ ਕਰ ਲਓ, ਸਾਰਿਆਂ ਨੂੰ ਐਡ ਕਰਾਂਗੇ ਤਾਂ ਇੱਥੇ ਆ ਜਾਊਗਾ 5600।
ये आप 5500 की लिखिया ध्यान ना रखो, इनू आप SI मैं डायरैक्ट सॉल्व किया, ये हैगा 10%, ये भी हैगा 10%, ये हैगा 5%, बट अपना इंटरस्ट कितना सी 24% ना, तो 24% नहीं मैं 25% का डाटा सॉल्व किया, 5600 आ गया, तो 24% 5600 तो थोड़ा सा छोटा होगा, तो थोड़ा जिहा छोटा एक ही ऑप्शन अपने को सी इज द राइट आंसर। अदरवाइज तुसीं इत्थों डायरैक्ट सॉल्व भी कर सकते हो। क्वेश्चन नंबर नेक्स्ट 97 के उत्ते चलते हैं। Tabia's birthday is on Tuesday, 4th July. On what day of the week will be Alka's birthday in the same year? If Anika, okay, Anika was born in 15th of July. काफी वधिया क्वेश्चन, अगर ਤੁਹਾਨੂੰ ਇਹਦੇ ਡਾਟਾ ਆਂਦਾ ਤਾਂ ਹੀ ਸਮਝ ਆਊਗਾ, ਨਹੀਂ ਤਾਂ ਇਹਦੇ ਤੁਹਾਨੂੰ ਕੁਝ ਵੀ ਅੰਡਰਸਟੈਂਡਿੰਗ ਹੋਣਾ ਇਹ क्वेश्चन ਬਾਰੇ। ਇਹਦੇ ਲਈ ਜਾਂ ਤਾਂ ਤੁਸੀਂ ਡੇ ਕਾਊਂਟ ਕਰ ਲਓ, ਫਿੰਗਰ ਤੇ ਤਾਂ ਬੈਠੇ ਕਾਊਂਟ ਕਰ ਲਓ, ਡੇ ਵਧਾ ਕੇ ਤਾਂ ਵੀ ਆਨਸਰ ਆ ਜਾਊਗਾ ਸੇਮ ਈਅਰ ਵਿੱਚ। ਥੋੜਾ ਜਿਹਾ ਟਾਈਮ ਲੱਗੂਗਾ ਕਿਉਂਕਿ ਕਈਆਂ ਨੂੰ ਤਾਂ ਇਹੀ ਨਹੀਂ ਯਾਦ ਹੁੰਦਾ 30 ਦਿਨ ਵਾਲਾ ਕਿਹੜਾ 31 ਦਿਨ ਵਾਲਾ ਕਿਹੜਾ, ਫਿਰ ਪੰਗਾ ਪੈ ਜਾਊਗਾ। तो ਇਹਦੇ ਲਈ ਕੈਲੰਡਰ ਵਾਲਾ ਟੌਪਿਕ ਸਿੱਖ ਲਓ, YouTube ਤੇ ਸਰਚ ਕਰ ਲਓ ਕੈਲੰਡਰ ਬਾਈ ਬਲਵਿੰਦਰ ਲਾਈਵ, ਉੱਥੇ ਸਾਰਾ ਦਾ ਸਾਰਾ ਇਹਦੇ ਸ਼ਾਰਟਕਟ ਅਵੇਲੇਬਲ। ਠੀਕ ਹੈ, ਹੁਣ ਅਗਰ ਇਹਦਾ ਬੇਸਿਕ ਸਿੱਖਣਾ, ਬੇਸਿਕ ਉੱਥੋਂ ਸਿੱਖ ਲਓ। ਸਿੱਧਾ ਮੈਂ ਸ਼ਾਰਟਕਟ ਤੇ ਆ ਰਿਹਾ। ਸ਼ਾਰਟਕਟ ਹੈਗਾ ਕਿ ਆਪਣੇ ਕੋਲੇ ਇੱਥੇ 4 ਜੁਲਾਈ ਆ, 4 ਜੁਲਾਈ ਨੂੰ ਕਿਹੜਾ ਦਿਨ ਆਪਣੇ ਕੋਲੇ ਇੱਥੇ ਟਿਊਜ਼ਡੇ। ਫਿਰ ਉਹਨਾਂ ਨੇ ਪੁੱਛਿਆ ਕੀ ਹੋਇਆ ਆਪਣੇ ਕੋਲੇ 15 ਅਗਸਤ, 15 ਅਗਸਤ ਨੂੰ ਕਿਹੜਾ ਦਿਨ ਇਹੀ ਪੁੱਛਿਆ ਹੋਇਆ। ਸੋ 4 ਤੋਂ ਅਗਰ ਮੈਂ 15 ਤੱਕ ਆਣਾ ਤਾਂ ਕਿੰਨੇ ਦਿਨ ਐਡ ਕਰਨੇ ਪਏ, 11 ਦਿਨ ਸਿੱਧਾ ਸਿੱਧਾ। ਤੇ ਜੁਲਾਈ ਤੋਂ ਅਗਸਤ ਤੱਕ ਆਣਾ ਤਾਂ ਕਿੰਨੇ ਦਿਨ ਐਡ ਕਰਨੇ ਪੈਣੇ, 3 ਦਿਨ। ਇਹ ਜੁਲਾਈ ਤੋਂ ਅਗਸਤ ਵਾਲਾ ਕੀ ਸਿਸਟਮ ਆ, ਯਾਦ ਰੱਖ ਲਓ 12 ਦਾ ਸਕੁਅਰ, ਫਿਰ 0 5 ਦਾ ਸਕੁਅਰ, 0 6 ਦਾ ਸਕੁਅਰ, ਫਿਰ ਸੌਰੀ 11 ਨਹੀਂ 12 ਦਾ ਸਕੁਅਰ, ਫਿਰ 5 ਦਾ ਸਕੁਅਰ, 6 ਦਾ ਸਕੁਅਰ, 12 ਦਾ ਸਕੁਅਰ ਪਲੱਸ 2। ਇਹ ਮੈਂ 12 ਤੁਹਾਡੇ ਇੱਥੇ ਸਾਹਮਣੇ ਲਿਖਿਆ, ਇਹਨੂੰ ਐਦਾਂ ਹੀ ਯਾਦ ਕਰਨਾ ਪੈਣਾ। ਇਹ 12 ਦੇ 12 ਕੋਡ ਨੇ ਮੰਥ ਦੇ, ਪਹਿਲਾ ਕੋਡ ਆ ਜਨਵਰੀ ਦਾ, ਦੂਜਾ ਕੋਡ ਆ ਫਰਵਰੀ ਦਾ, ਐਦਾਂ ਹੀ ਚੱਲਦੇ ਜਾਵਾਂਗੇ। ਤਾਂ ਆਪਣੇ ਕੋਲੇ ਜਿਹੜਾ 0 ਵਾਲਾ ਕੋਡ ਆਊਗਾ, 0 ਵਾਲਾ ਕੋਡ ਹੈਗਾ ਮੇਰੇ ਕੋਲੇ ਇੱਥੇ ਜੁਲਾਈ ਦਾ, ਤੇ 3 ਵਾਲਾ ਕੋਡ ਹੈਗਾ ਮੇਰੇ ਕੋਲੇ ਇੱਥੇ ਅਗਸਤ ਦਾ। ਤੇ ਅਗਰ ਮੈਂ ਜੁਲਾਈ ਤੋਂ ਅਗਸਤ ਜਾਣਾ ਹੋਵੇ ਤਾਂ 0 ਤੋਂ 3 ਜਾਣਾ ਹੋਊਗਾ, ਤਾਂ 3 ਦਿਨ ਐਡ ਕਰਨੇ ਪੈਣਗੇ, ਇੱਥੇ 11 ਨੰਬਰ ਐਡ ਕਰਨੇ ਪੈਣਗੇ। ਤਾਂ ਓਵਰਆਲ ਕਿੰਨਾ ਹੋ ਗਿਆ, 11 ਤੇ 3 ਆਪਣੇ ਕੋਲੇ 14 ਨੰਬਰ ਐਡ ਕਰਨੇ ਪਏ। 14 ਨੰਬਰ ਆਪਾਂ ਇੱਥੇ ਐਡ ਕਰ ਲਾਂਗੇ, ਫਿਰ ਟਿਊਜ਼ਡੇ 'ਚ ਆਪਾਂ 14 ਨੰਬਰ ਇੱਥੇ ਕਾਊਂਟ ਕਰਾਂਗੇ, ਫਿਰ ਟਾਈਮ ਚਲਾ ਗਿਆ। ਤਾਂ 14 ਦਿਨ ਐਡ ਕਰਨ ਦੀ ਬਜਾਏ ਆਪਾਂ ਇਹਨੂੰ 7 ਨਾਲ ਡਿਵਾਈਡ ਕਰਾਂਗੇ, ਤਾਂ ਆਪਣੇ ਕੋਲੇ ਰਿਮਾਈਂਡਰ ਆਊਗਾ 0। ਜਿੰਨਾ ਰਿਮਾਈਂਡਰ ਆਊਗਾ ਉਨਾ ਇੱਥੇ ਐਡ ਕਰ ਦਿਓ। ਟਿਊਜ਼ਡੇ 'ਚ ਅਗਰ ਮੈਂ 0 ਐਡ ਕਰੂੰਗਾ ਤਾਂ ਇੱਥੇ ਵੀ ਕੀ ਆਊਗਾ, ਫਿਰ ਟਿਊਜ਼ਡੇ ਆਊਗਾ। ਤਾਂ ਮਤਲਬ 15 ਅਗਸਤ ਨੂੰ ਵੀ ਟਿਊਜ਼ਡੇ ਸੀ, ਤਾਂ ਆਪਸ਼ਨ ਨੰਬਰ ਬੀ ਆਪਣਾ ਸਹੀ ਹੋਊਗਾ। ਕਲੀਅਰ ਆ। ਹਮੇਸ਼ਾ ਯਾਦ ਰੱਖਣਾ ਕਿ 14 ਨੂੰ 7 ਨਾਲ ਡਿਵਾਈਡ ਕਰਕੇ 14 ਇੱਥੇ ਚੱਲ ਜੂਗਾ, ਇਹ 2 ਵਾਰ 0। ਜਿਹੜਾ ਰਿਮਾਈਂਡਰ ਆ ਆਪਾਂ ਉਹਨੂੰ ਧਿਆਨ ਰੱਖਣਾ, ਆਪਾਂ ਇਹਨੂੰ ਧਿਆਨ ਨਹੀਂ ਰੱਖਣਾ। ਕੁਐਸਚਨ ਨੰਬਰ ਨੈਕਸਟ ਦੇ ਉੱਪਰ ਚੱਲਦੇ ਹਾਂ। 5 cat eat 5 mice in 5 minutes, then in how many minutes 2 cat will eat 2 mice? ਹੁਣੇ ਉਹਨੇ ਦੱਸਿਆ ਚੇਨ ਰੂਲ। ਚੇਨ ਰੂਲ ਦਾ ਕੁਐਸਚਨ ਆ। 5 cat is the number of person, m1 multiply by the time divide by the work। work ਕੀ ਸੀ, ਇਹਨਾਂ ਨੇ ਕੁਝ ਕੀਤਾ ਤਾਂ ਉਹ ਇਹਨਾਂ ਦਾ work ਆਊਗਾ। that must be equal to m2 2 cat multiply by the time, time ਆਪਾਂ ਨੂੰ ਪੁੱਛਿਆ ਹੋਇਆ ਤਾਂ x ਆ ਜਾਊਗਾ, divide by the work, work ਇਹਨਾਂ ਨੇ ਜੋ ਕੰਮ ਕੀਤਾ। ਕਲੀਅਰ। 2 ਨਾਲ 2 ਕੱਟੇਗਾ, 5 ਨਾਲ 5 ਕੱਟੇਗਾ, ਤਾਂ x ਦੀ ਵੈਲਿਊ 5 ਮਿੰਟ ਆਊਗੀ। ਤਾਂ ਆਪਸ਼ਨ ਨੰਬਰ 3 ਇਹਦਾ ਸਹੀ ਆ। ਕੁਐਸਚਨ ਨੰਬਰ 99 ਦੇ ਉੱਪਰ ਚੱਲਦੇ ਹਾਂ। P Q start a hotel, P left after 6 months after the year end, P get of 6,000 as a profit out of a total profit of 9,000. What will be the amount invested by Q if P had invested rupees 20,000? ਇਹਨੂੰ ਬੋਲਦੇ ਆਪਾਂ यहाँ ਇੱਥੇ ਪਾਰਟਨਰਸ਼ਿਪ ਦਾ ਟੌਪਿਕ। ਪਾਰਟਨਰਸ਼ਿਪ ਟੌਪਿਕ ਵੀ ਮੈਂ ਕਰਵਾਇਆ ਹੋਇਆ ਇੱਥੇ ਫਿਰਦੌਸੀ ਬੈਚ, ਉੱਥੋਂ ਜਾ ਕੇ ਚੈੱਕ ਆਊਟ ਕਰ ਲਓ। ਇਹਦੇ ਲਈ ਸਿੰਪਲ ਕੀ ਹੁੰਦਾ ਕਿ ਇਨਵੈਸਟਮੈਂਟ ਇਨਟੂ ਟਾਈਮ ਕਰਾਂਗੇ ਤਾਂ ਆਪਣੇ ਕੋਲੇ ਪ੍ਰੋਫਿਟ ਆਊਗਾ। ਹੁਣ ਇਨਵੈਸਟਮੈਂਟ ਪੁੱਛ ਲਿਆ ਹੋਇਆ ਤਾਂ ਇਨਵੈਸਟਮੈਂਟ ਪੁੱਛਿਆ ਕੀ ਕਰਾਂਗੇ, ਪ੍ਰੋਫਿਟ ਡਿਵਾਈਡ ਬਾਈ ਟਾਈਮ ਕਰ ਦਾਂਗੇ, ਗੱਲ ਖਤਮ। ਹੁਣ ਅਗਰ ਮੈਂ ਇੱਥੇ ਗੱਲ ਕਰਾਂ ਇੱਥੇ ਪ੍ਰੋਫਿਟ, ਤਾਂ ਪ੍ਰੋਫਿਟ ਏ ਦਾ ਕਿੰਨਾ ਤੇ ਬੀ ਦਾ ਕਿੰਨਾ ਚੈੱਕ ਕਰ ਲਓ। ਉਹਨੇ ਸੌਰੀ ਏ ਬੀ ਨਹੀਂ, ਆਪਣੇ ਕੋਲੇ ਪੀ ਤੇ ਕਿਊ ਦਾ ਲਿਖਿਆ ਹੋਇਆ ਸੀਗਾ, ਤਾਂ ਆਪਾਂ ਇੱਥੇ ਪੀ ਕਿਊ ਦਾ ਹੀ ਡਾਇਰੈਕਟ ਲਿਖ ਲੈਂਦੇ ਆ, ਪੀ ਤੇ ਕਿਊ। ਅਗਰ ਮੈਂ ਗੱਲ ਕਰਾਂ ਇੱਥੇ ਪ੍ਰੋਫਿਟ ਦੀ, ਤਾਂ ਪ੍ਰੋਫਿਟ ਆਫ ਏ ਪੀ ਕਿੰਨਾ ਆਪਣੇ ਕੋਲੇ ਇੱਥੇ ਲਿਖਿਆ ਹੋਊਗਾ, ਪੀ ਗੈਟ 6,000 ਪ੍ਰੋਫਿਟ। ਤਾਂ ਪੀ ਦਾ ਪ੍ਰੋਫਿਟ ਹੈਗਾ 6,000 ਰੁਪਏ, ਤਾਂ ਕਿਊ ਦਾ ਕਿੰਨਾ ਹੋਊਗਾ, ਟੋਟਲ 9,000 ਆ। ਟੋਟਲ 9,000 ਆ, 6,000 ਇਹਨੂੰ ਮਿਲ ਗਿਆ ਤਾਂ ਕਿਊ ਨੂੰ 3,000 ਮਿਲੇ ਹੋਣੇ ਆ। ਤਾਂ ਇਹਨਾਂ ਦੀ ਅਗਰ ਮੈਂ ਰੇਸ਼ੋ ਕੱਢ ਲਾਂ ਪ੍ਰੋਫਿਟ ਦੀ, ਤਾਂ ਪ੍ਰੋਫਿਟ ਦੀ ਰੇਸ਼ੋ ਆਊਗੀ 2:1। ਕਲੀਅਰ ਆ। ਫਿਰ ਆਪਾਂ ਚੈੱਕ ਕਰਦੇ ਹਾਂ ਪੀ ਤੇ ਕਿਊ ਦਾ ਹੀ। ਹੋਰ ਆਪਾਂ ਕੀ ਚੈੱਕ ਕਰਨਾ ਇੱਥੇ, ਟਾਈਮ। ਟਾਈਮ ਦੀ ਗੱਲ ਚੈੱਕ ਕਰ ਲੈਂਦੇ ਆ। ਟਾਈਮ ਲਈ ਉਹਨਾਂ ਨੇ ਲਿਖਿਆ ਹੋਇਆ ਕਿ ਜਿਹੜਾ ਪੀ ਆ ਉਹ 6 ਮਹੀਨਿਆਂ ਬਾਅਦ ਛੱਡ ਕੇ ਚਲਾ ਗਿਆ ਕੰਮ, ਤਾਂ ਪੀ ਨੇ ਸਿਰਫ 6 ਮਹੀਨੇ ਕੰਮ ਕੀਤਾ। ਤੇ ਕਿਊ ਨੇ ਕਿੰਨਾ ਕੰਮ ਕੀਤਾ, ਕਿਊ ਨੇ ਪੂਰਾ ਦਾ ਪੂਰਾ ਇੱਥੇ ਲਿਖਿਆ ਹੋਇਆ ਆਊਟ ਆਫ ਏ 1 ਈਅਰ, ਤਾਂ 1 ਸਾਲ ਤੋਂ ਕੰਮ ਕਰ ਰਿਹਾ ਸੀਗਾ। 1 ਸਾਲ ਦੇ ਬਾਅਦ ਉਹਨੇ ਦੇਖਿਆ ਕਿ ਪੀ ਜਿਹੜਾ ਹੈ ਵਿੱਚੋਂ 6 ਮਹੀਨੇ ਬਾਅਦ ਛੱਡ ਕੇ ਚਲਾ ਗਿਆ, ਤੇ ਕਿਊ ਨੇ ਪੂਰਾ 1 ਸਾਲ ਮਤਲਬ 12 ਮਹੀਨੇ ਕੰਮ ਕੀਤੇ। ਤਾਂ ਟਾਈਮ ਦੀ ਰੇਸ਼ੋ ਕਿੰਨੀ ਆ ਜੂਗੀ, 1:2। ਹੁਣ ਉਹਨਾਂ ਨੇ ਇਨਵੈਸਟਮੈਂਟ ਪੁੱਛਿਆ, ਤਾਂ ਇਨਵੈਸਟਮੈਂਟ ਕੀ ਹੁੰਦਾ ਆਪਣੇ ਕੋਲੇ, ਇਨਵੈਸਟਮੈਂਟ ਹੁੰਦਾ ਆਪਣੇ ਕੋਲੇ ਪ੍ਰੋਫਿਟ ਡਿਵਾਈਡ ਬਾਈ ਟਾਈਮ ਉੱਪਰ ਲਿਖਿਆ ਹੋਇਆ।
ਤਾਂ ਪ੍ਰੋਫਿਟ ਡਿਵਾਈਡ ਬਾਈ ਟਾਈਮ ਆ ਤਾਂ ਸਿੱਧਾ ਆਪਾਂ P ਤੇ Q ਦਾ ਚੈੱਕ ਕਰਾਂਗੇ। ਪਹਿਲਾਂ P ਤੇ Q ਦਾ ਪ੍ਰੋਫਿਟ ਲਿਖਾਂਗੇ 2:1, ਇਧਰੋਂ ਚੱਕ ਲਾਂਗੇ ਤੇ Q ਦਾ ਆਪਣੇ ਕੋਲੇ ਟਾਈਮ ਲਿਖ ਲਾਂਗੇ 1:2। ਇਹਨਾਂ ਨੂੰ ਕਰਨਾ ਆਪਾਂ ਡਿਵਾਈਡ ਕਰਾਂਗੇ ਤਾਂ ਮਲਟੀਪਲਾਈ ਕਰਾਂਗੇ, ਇਹਨਾਂ ਦੀ ਰੇਸ਼ੋ ਆਊਗੀ 4:1। ਇਹ 4:1 ਆਪਣੇ ਕੋਲੇ ਕਿਹੜੀ ਆਊਗੀ, ਇੱਥੇ ਇਨਵੈਸਟਮੈਂਟ ਦੀ ਰੇਸ਼ੋ ਆਊਗੀ। ਤਾਂ ਇਨਵੈਸਟਮੈਂਟ ਆ ਜਾਊਗਾ ਆਪਣੇ ਕੋਲੇ 4:1। ਤਾਂ 4 ਜਿਹੜਾ ਹੈਗਾ P ਦੀ ਵੈਲਿਊ ਆ, ਤਾਂ P ਦੀ ਵੈਲਿਊ ਕਿੰਨੀ ਆਪਣੇ ਕੋਲੇ 20000। ਅਗਰ 4 ਦੀ ਵੈਲਿਊ ਆਪਣੇ ਕੋਲੇ 20000 ਹੋਵੇ ਤਾਂ 1 ਦੀ ਵੈਲਿਊ ਦੱਸੋ 5000 ਹੋਗੀ ਜਾਂ ਨਹੀਂ। ਅਗਰ 4 ਦੀ ਵੈਲਿਊ 20000 ਆ ਤਾਂ 1 ਦੀ ਵੈਲਿਊ 5000 ਹੋਣੀ ਆ। ਤਾਂ Q ਦੀ ਵੈਲਿਊ ਆਪਣੇ ਕੋਲੇ ਕਿੰਨੀ ਹੋਗੀ 5000। ਆਪਸ਼ਨ ਨੰਬਰ ਡੀ ਇਹਦਾ ਸਹੀ ਆ। ਕੁਐਸਚਨ ਨੰਬਰ ਲਾਸਟ ਦੇ ਉੱਪਰ ਚੱਲਦੇ ਆ। Ramesh's salary was reduced by 10%, then the reduced salary was increased by 10%. What was the ultimate loss? ਇਹ ਕੁਐਸਚਨ ਦਾ ਬਹੁਤ ਵਾਰ ਯਾਦ ਕਰਵਾਇਆ ਹੋਊਗਾ। ਅਗਰ 10% ਲਾਸ ਹੋ ਜਾਏ, 10% ਵੱਧ ਜਾਵੇ ਤਾਂ 1% ਦਾ ਲਾਸ ਹੁੰਦਾ। ਸੀ ਇਹਦਾ ਸਹੀ ਉੱਤਰ। ਕਲੀਅਰ। ਫਿਰ ਵੀ ਆਪਾਂ ਮੰਨ ਲੈਂਦੇ ਹਾਂ ਕਿ ਸੈਲਰੀ ਉਹਦੀ 100 ਰੁਪਏ ਸੀ, 100 ਰੁਪਏ ਸੀ ਤਾਂ ਇਹਦਾ 10% ਘਟਾ ਦਿਓ। ਇਹਦਾ 10% 10 ਹੋਊਗਾ ਤਾਂ 90 ਬਚ ਜੂਗਾ। 90 ਦਾ 10% ਵਧਾ ਦਿਓ, 90 ਦਾ 10% 9 ਹੋਊਗਾ ਤਾਂ 99 ਹੋ ਜੂਗਾ। ਤਾਂ 100 ਦੇ ਬਦਲੇ 99 ਹੋ ਗਿਆ। ਤਾਂ ਲਾਸ ਕਿੰਨੇ ਦਾ ਹੋਇਆ, 1 ਦਾ। ਕਿਹਦੇ ਉੱਪਰ, ਜਿਹੜੀ ਸੈਲਰੀ ਸੀ ਉਹਦੇ ਉੱਪਰ। ਤੇ ਮਲਟੀਪਲਾਈ ਬਾਈ 100 ਕਰਾਂਗੇ ਤਾਂ ਪਰਸੈਂਟ ਆ ਜਾਊਗਾ ਆਪਣੇ ਕੋਲ 1%। ਤਾਂ ਇਹ ਇਹਦਾ ਸਹੀ ਉੱਤਰ ਆ। ਆਈ ਹੋਪ ਅੱਜ ਦਾ ਸੈਸ਼ਨ ਸਾਰਿਆਂ ਨੂੰ ਸਮਝ ਆਇਆ ਹੋਊਗਾ, ਵਧੀਆ ਲੱਗਿਆ ਹੋਊਗਾ। ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਹੋਰ ਵੀ ਪੰਜਾਬ ਦੇ ਪੇਪਰ ਜਾਂ ਸਟੇਟ ਐਗਜ਼ਾਮ ਦੇ ਇਲਾਵਾ ਜਿੰਨੇ ਵੀ ਐਸਐਸਸੀ ਬੈਂਕ ਜਾਂ CDS ਜਾਂ ਕੋਈ ਹੋਰ ਪੇਪਰ ਹੁੰਦੇ ਆ ਉਹਨਾਂ ਦੀ ਕੰਪਲੀਟ ਐਨਾਲਿਸਿਸ ਇੱਥੇ ਆਪਾਂ ਸ਼ੋ ਆਊਟ ਕਰਨ ਵਾਲੇ ਆ ਸਾਰੇ ਦੇ ਸਾਰੇ ਟਾਈਮ ਬਾਈ ਟਾਈਮ। ਅਗਰ ਤੁਸੀਂ ਚਾਹੁੰਦੇ ਹੋ ਕਿ ਕੋਈ ਸੀਰੀਜ਼ ਚਲਾਈ ਜਾਵੇ ਪਿਛਲੇ ਪੇਪਰਾਂ ਦੇ ਰਿਲੇਟਡ, ਪੰਜਾਬ ਦੇ ਪੇਪਰ ਦੇ ਰਿਲੇਟਡ, ਕਿਹੜੇ ਪੰਜਾਬ ਦੇ ਪੇਪਰ ਤੁਸੀਂ ਚਾਹੁੰਦੇ ਹੋ ਕਿ ਆਪਾਂ ਮੈਥ ਰੀਜ਼ਨਿੰਗ ਦੇ ਪ੍ਰੋਪਰਲੀ ਸੋਲਵ ਕਰੀਏ, ਤਾਂ ਉਹਨਾਂ ਦੇ ਲਈ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਆਈ ਹੋਪ ਤੁਹਾਨੂੰ ਅੱਜ ਦਾ ਸੈਸ਼ਨ ਸਮਝ ਆਇਆ ਹੋਊਗਾ। ਤਾਂ ਜਲਦੀ ਮਿਲਾਂਗੇ ਨੈਕਸਟ ਸੈਸ਼ਨ ਦੇ ਉੱਪਰ। ਸੋ ਬਾਏ ਬਾਏ, ਟੇਕ ਕੇਅਰ ਐਂਡ ਥੈਂਕ ਯੂ एवरीवन।